ਹੈਲੋ ਫਰੈਂਡਸ, ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87। ਸੋ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਇੰਗਲਿਸ਼ ਗ੍ਰਾਮਰ ਇਨ ਯੂਜ਼ ਬਾय ਰੇਮੰਡ ਮਰਫੀ 4th ਐਡੀਸ਼ਨ। ਇਸ ਦੀ ਯੂਨਿਟ ਨੰਬਰ ਹੈ ਜਿਹੜੀ ਉਹ ਆਪਾਂ ਕਰਾਂਗੇ 106 ਨੰਬਰ ਯੂਨਿਟ। ਇਸ ਦੇ ਵਿੱਚ ਆਪਾਂ ਨੇ ਕੀ ਕਰਨਾ ਹੈ, ਕੰਪੈਰੀਜ਼ਨ ਪਾਰਟ 2। ਇਸ ਤੋਂ ਪਿਛਲੀ ਜਿਹੜੀ ਯੂਨਿਟ 105 ਨੰਬਰ ਉਸ ਦੇ ਵਿੱਚ ਵੀ ਆਪਾਂ ਨੇ ਕੰਪੈਰੀਜ਼ਨ ਕੀਤਾ ਸੀ ਪਾਰਟ 1। ਇਹ ਆਪਣਾ ਹੈਗਾ ਪਾਰਟ 2। ਪਾਰਟ 1 ਦੇ ਵਿੱਚ ਆਪਾਂ ਤੁਹਾਨੂੰ ਸਾਰਾ ਕੁਝ ਚੰਗੀ ਤਰ੍ਹਾਂ ਦੱਸ ਚੁੱਕੇ ਹਾਂ ਕਿ ਕੰਪੈਰੀਜ਼ਨ ਆਪਾਂ ਕਿਸ ਤਰ੍ਹਾਂ ਕਰਦੇ ਹਾਂ, ਕਿਸੇ ਇੱਕ ਚੀਜ਼ ਦਾ ਕਿਸੇ ਦੂਸਰੀ ਚੀਜ਼ ਨਾਲ ਕੰਪੇਅਰ, ਜਾਂ ਫਿਰ ਕਿਸੇ ਇੱਕ ਇਨਸਾਨ ਦਾ ਕਿਸੇ ਦੂਸਰੇ ਇਨਸਾਨ ਦੇ ਨਾਲ ਕੰਪੇਅਰ ਆਪਾਂ ਕਿਸ ਤਰ੍ਹਾਂ ਕਰਦੇ ਹਾਂ। ਡਿਗਰੀਜ਼ ਹੁੰਦੀਆਂ ਨੇ ਐਡਜੈਕਟਿਵ ਦੀਆਂ, ਬੇਸ ਡਿਗਰੀ, ਕੰਪੈਰੇਟਿਵ ਡਿਗਰੀ, ਸੁਪਰਲੇਟਿਵ ਡਿਗਰੀ। ਉਹ ਪਿਛਲੀ ਯੂਨਿਟ ਦੇ ਵਿੱਚ ਸਾਰਾ ਕੁਝ ਆਪਾਂ ਕਰ ਚੁੱਕੇ ਹਾਂ। ਆਪਾਂ ਇਸ ਦੇ ਵਿੱਚ ਜ਼ਿਆਦਾ ਸਮਾਂ ਜਿਹੜਾ ਉਹ ਬਰਬਾਦ ਨਹੀਂ ਕਰਾਂਗੇ। ਹੁਣ ਇਸ ਯੂਨਿਟ ਦੇ ਵਿੱਚ ਵੀ ਲਗਭਗ ਸੇਮ ਉਸੇ ਤਰ੍ਹਾਂ ਹੈ, ਬਟ ਜਿਹੜੀ ਇੱਕ ਅੱਧੀ ਕੋਈ ਐਕਸਰਸਾਈਜ਼ ਹੈ ਉਸ ਤੋਂ ਥੋੜੀ ਡਿਫਰੈਂਟ ਹੈ। ਉਸ ਦੇ ਵਿੱਚ ਕੋਈ ਰੂਲਸ ਨੇ ਜਿਹੜੇ ਅਲੱਗ ਯੂਜ਼ ਹੋਣਗੇ, ਉਹ ਆਪਾਂ ਨਾਲ ਹੁੰਦੇ ਤੁਹਾਨੂੰ ਦੱਸ ਦਾਂਗੇ। ਫਿਲਹਾਲ ਜਿਹੜੀ ਆਪਣੀ ਫਸਟ ਇਸ ਦੀ ਐਕਸਰਸਾਈਜ਼ ਹੈ ਬਿਲਕੁਲ ਸਿੰਪਲ ਹੈ। ਇਸ ਦੇ ਵਿੱਚ ਆਪਾਂ ਨੇ ਕੀ ਕਰਨਾ ਹੈ, ਦੇਖੋ ਦੇਖਦੇ ਹਾਂ। ਜੋ ਤੁਹਾਨੂੰ ਕਨਫਿਊਜ਼ਨ ਹੋਏਗੀ ਮੈਂ ਨਾਲ ਹੁੰਦੇ ਦੱਸ ਦੇਵਾਂਗਾ। ਦੇਖੋ ਇਹਨਾਂ ਨੇ ਆਪਾਂ ਨੂੰ ਕੀ ਕਿਹਾ, ਫਸਟ ਜਿਹੜੀ ਇਸ ਦੀ ਐਕਸਰਸਾਈਜ਼ ਹੈ ਇਸ ਦੇ ਵਿੱਚ ਕੀ ਕਰਨਾ ਹੈ, ਯੂਜ਼ ਦਾ ਵਰਡਸ ਇਨ ਬ੍ਰੈਕਟਸ। ਮਤਲਬ ਕੀ ਹੈ, ਕਹਿੰਦੇ ਬ੍ਰੈਕਟਸ ਦੇ ਵਿੱਚ ਜਿਹੜੇ ਸ਼ਬਦ ਦਿੱਤੇ ਨੇ ਉਹਨਾਂ ਨੂੰ ਯੂਜ਼ ਕਰੋ। ਦੇਖੋ ਇਹ ਸਾਰੇ ਸੈਂਟੈਂਸ ਨੇ, ਹਰ ਇੱਕ ਸੈਂਟੈਂਸ ਦੇ ਵਿੱਚ ਬਲੈਂਕਸ ਨੇ ਜਿਹੜੇ ਦਿੱਤੇ ਗਏ ਨੇ, ਔਰ ਹਰ ਇੱਕ ਸੈਂਟੈਂਸ ਦੇ ਐਂਡ ਤੇ ਆਪਾਂ ਨੂੰ ਦੋ ਵਰਡਸ ਨੇ ਜਿਹੜੇ ਦੋ ਸ਼ਬਦ ਨੇ ਜਿਹੜੇ ਉਹ ਦਿੱਤੇ ਗਏ ਨੇ। ਦੇਖੋ ਹਰ ਇੱਕ ਸੈਂਟੈਂਸ ਦੇ ਐਂਡ ਤੇ ਮੱਚ ਤੇ ਸੀਰੀਅਸ ਹੋ ਗਿਆ, ਇਸ ਦੇ ਵਿੱਚ ਮੱਚ ਤੇ ਬਿਗ ਹੋ ਗਿਆ, ਇਸ ਦੇ ਵਿੱਚ ਮੱਚ ਤੇ ਇੰਟਰਸਟਿੰਗ ਹੋ ਗਿਆ, ਇਸ ਦੇ ਵਿੱਚ ਅ ਬਿਟ ਤੇ ਕੂਲ ਹੋ ਗਿਆ, ਇਸ ਤਰ੍ਹਾਂ ਲਾਸਟ ਦੇ ਵਿੱਚ ਸਲਾਈਟਲੀ ਤੇ ਓਲਡ ਹੋ ਗਿਆ। ਪਹਿਲੀ ਗੱਲ ਇਹ ਸਮਝ ਲਓ, ਇਹ ਜਿਹੜੇ ਦੋ ਸ਼ਬਦ ਨੇ, ਇਹਨਾਂ ਦੋਵੇਂ ਸ਼ਬਦਾਂ ਦੇ ਵਿੱਚੋਂ ਜਿਹੜਾ ਤਾਂ ਲਾਸਟ ਵਾਲਾ ਸ਼ਬਦ ਹੈ ਐਂਡਲਾ, ਉਹ ਤਾਂ ਹੈਗਾ ਐਡਜੈਕਟਿਵ, ਔਰ ਜਿਹੜਾ ਉਸ ਤੋਂ ਪਹਿਲਾਂ ਮੂਰਲਾ, ਜਿਸ ਤਰ੍ਹਾਂ ਕਿ ਦੋ ਨੇ, ਇਹ ਤਾਂ ਐਡਜੈਕਟਿਵ ਹੈ, ਔਰ ਜਿਹੜੇ ਇਹ ਨੇ ਸਾਰਿਆਂ ਦੇ ਅਗਲੇ ਮੂਰਲੇ ਤਾਂ ਉਹ ਹੈਗੇ ਨੇ ਜਿਹੜੇ ਕੁਆਂਟੀਟੀ ਦੱਸਦੇ ਨੇ, ਮਾਤਰਾ, ਕਿ ਕਿੰਨੀ ਕਿੰਨਾ, ਹੈ ਨਾ, ਦੂਰੀ ਦੱਸਣਾ ਜਾਂ ਫਿਰ ਮਾਤਰਾ ਦੱਸਣਾ। ਠੀਕ ਹੈ, ਹੁਣ ਆਪਾਂ ਨੇ ਕਰਨਾ ਕੀ ਹੈ, ਅੱਗੇ ਦੇਖੋ ਇਹ ਕਹਿੰਦੇ ਯੂਜ਼ ਮੱਚ, ਅ ਬਿਟ, ਸਲਾਈਟਲੀ ਐਕਸੈਟਰਾ, ਜਿਸ ਤਰ੍ਹਾਂ ਕਿ ਅੱਗੇ ਇਹਨਾਂ ਨੇ ਦਿੱਤੇ ਨੇ ਇਹ ਯੂਜ਼ ਕਰੋ। ਮਤਲਬ ਕਿ ਜਿਹੜੇ ਮੂਰਲੇ ਨੇ ਸ਼ਬਦ ਉਹਨਾਂ ਨੂੰ ਤਾਂ ਆਪਾਂ ਨੇ ਬਲੈਂਕ ਦੇ ਵਿੱਚ ਐਜ਼ ਇਟ ਇਸ ਤਰ੍ਹਾਂ ਹੀ ਯੂਜ਼ ਕਰਨਾ, ਔਰ ਜਿਹੜੇ ਐਡਜੈਕਟਿਵ ਨੇ ਉਹਨਾਂ ਦਾ ਆਪਾਂ ਨੇ ਕੀ ਕਰਨਾ, ਪਲੱਸ ਅ ਕੰਪੈਰੇਟਿਵ ਫਾਰਮ, ਉਹਨਾਂ ਨੂੰ ਆਪਾਂ ਨੇ ਕੰਪੈਰੇਟਿਵ ਫਾਰਮ ਦੇ ਵਿੱਚ ਲਿਖ ਦੇਣਾ। ਜਿਸ ਤਰ੍ਹਾਂ ਓਲਡ ਹੈ ਓਲਡਰ, ਹੈ ਨਾ, ਬਿਗ ਹੈ ਬਿਗਰ, ਗੁੱਡ ਹੈ ਤਾਂ ਬੈਟਰ, ਬਿਊਟੀਫੁਲ ਹੈ ਤਾਂ ਮੋਰ ਬਿਊਟੀਫੁਲ, ਇੰਟਰਸਟਿੰਗ ਹੈ ਤਾਂ ਮੋਰ ਇੰਟਰਸਟਿੰਗ। ਉਹ ਤੁਹਾਨੂੰ ਪਤਾ ਹੀ ਹੈ, ਉਹਨਾਂ ਨੂੰ ਆਪਣੇ ਕੰਪੈਰੇਟਿਵ ਫਾਰਮ ਦੇ ਵਿੱਚ ਲਿਖ ਦੇਣਾ। ਇਹ ਤਾਂ ਗੱਲ ਬਿਲਕੁਲ ਸਿੰਪਲ ਹੋ ਗਈ। ਅੱਗੇ ਹੋਰ ਵੀ ਇੱਕ ਚੀਜ਼ ਇਹਨਾਂ ਨੇ ਕਿਹਾ, ਕਹਿੰਦੇ ਯੂਜ਼ ਦੈਨ, THA, ਦੈਨ ਦਾ ਯੂਜ਼ ਕਰੋ ਵੇਅਰ ਨੈਸੈਸਰੀ, ਜਿੱਥੇ ਜ਼ਰੂਰਤ ਹੈ ਉੱਥੇ THA ਦੈਨ ਦਾ ਯੂਜ਼ ਕਰੋ। ਦੇਖੋ ਇੱਕ ਗੱਲ ਮੈਂ ਤੁਹਾਨੂੰ ਦੱਸੀ ਸੀ, THA ਦੈਨ ਦਾ ਯੂਜ਼ ਆਪਾਂ ਕਦੋਂ ਕਰਦੇ ਹਾਂ, ਕੰਪੈਰੇਟਿਵ ਫਾਰਮ ਤੋਂ ਬਾਅਦ। ਜਿਸ ਤਰ੍ਹਾਂ ਕਿ ਗੁੱਡ ਹੋ ਗਿਆ, ਗੁੱਡ ਦੀ ਕੰਪੈਰੇਟਿਵ ਫਾਰਮ ਹੋ ਗਈ ਬੈਟਰ, ਬੈਟਰ ਤੋਂ ਬਾਅਦ ਆਪਾਂ THA ਦੈਨ ਦਾ ਯੂਜ਼ ਕਰਾਂਗੇ। ਬਟ ਦੇਖੋ ਹਰ ਵਾਰ ਯੂਜ਼ ਨਹੀਂ ਹੁੰਦਾ, ਹਰ ਇੱਕ ਸੈਂਟੈਂਸ ਦੇ ਵਿੱਚ ਇਹ ਨਹੀਂ ਹੈ ਕਿ ਜੇਕਰ ਆਪਾਂ ਕੰਪੈਰੇਟਿਵ ਫਾਰਮ ਯੂਜ਼ ਕਰ ਰਹੇ ਹਾਂ ਤਾਂ THA ਦੈਨ ਦਾ ਯੂਜ਼ ਕਰਨਾ ਹੀ ਕਰਨਾ ਹੈ। ਆਪਾਂ ਨੇ THA ਦੈਨ ਦਾ ਯੂਜ਼ ਉਦੋਂ ਕਰਨਾ ਹੈ ਜਦੋਂ ਜਿਸ ਚੀਜ਼ ਨਾਲ ਜਾਂ ਫਿਰ ਜਿਸ ਵਿਅਕਤੀ ਦੇ ਨਾਲ ਆਪਾਂ ਕਿਸੇ ਦੂਸਰੇ ਵਿਅਕਤੀ ਦਾ ਕੰਪੇਅਰ ਕਰ ਰਹੇ ਹਾਂ, ਉਹ ਵਿਅਕਤੀ ਵੀ ਆਪਣੇ ਲਵੇ ਉੱਥੇ ਸੈਂਟੈਂਸ ਦੇ ਵਿੱਚ ਮੌਜੂਦ ਹੋਵੇ। ਹੁਣ ਦੇਖੋ ਇੱਕ ਸਿੰਪਲ ਜੀ ਗੱਲ ਹੈ, ਆਪਾਂ ਕਹਿੰਦੇ ਹਾਂ ਰਾਮ ਇਜ਼ ਮੋਰ ਹੈਂਡਸਮ, ਆਪਾਂ ਨੇ ਕੰਪੈਰੇਟਿਵ ਫਾਰਮ ਯੂਜ਼ ਕੀਤੀ ਮੋਰ ਹੈਂਡਸਮ, ਮਤਲਬ ਕਿ ਆਪਾਂ ਕਿਸੇ ਦੇ ਨਾਲ ਕੰਪੇਅਰ ਕਰ ਰਹੇ ਹਾਂ ਰਾਮ ਦਾ, ਕਿ ਰਾਮ ਜ਼ਿਆਦਾ ਸੁੰਦਰ ਹੈ। ਹੁਣ ਆਪਾਂ ਨੂੰ ਇਹ ਚੀਜ਼ ਤਾਂ ਪਤਾ ਹੈ ਕਿ ਜ਼ਰੂਰ ਕਿਸੇ ਨਾਲ ਕੰਪੇਅਰ ਕਰ ਰਹੇ ਹਾਂ, ਬਟ ਜਿਸ ਦੇ ਨਾਲ ਆਪਾਂ ਕੰਪੇਅਰ ਕਰ ਰਹੇ ਹਾਂ ਉਹ ਇਨਸਾਨ ਆਪਾਂ ਨੇ ਸੈਂਟੈਂਸ ਦੇ ਵਿੱਚ ਉੱਥੇ ਮੈਂਸ਼ਨ ਨਹੀਂ ਕੀਤਾ, ਤਾਂ ਆਪਣਾ ਸੈਂਟੈਂਸ ਇੱਥੇ ਖਤਮ ਹੋ ਜਾਏਗਾ। ਰਾਮ ਇਜ਼ ਮੋਰ ਹੈਂਡਸਮ, ਰਾਮ ਜ਼ਿਆਦਾ ਸੁੰਦਰ ਹੈ, ਮਤਲਬ ਕਿਸੇ ਦੂਸਰੇ ਨਾਲੋਂ ਜ਼ਿਆਦਾ ਸੁੰਦਰ ਹੈ। ਬਟ ਜੇਕਰ ਆਪਾਂ ਜਿਸ ਇਨਸਾਨ ਦੇ ਨਾਲੋਂ ਸੁੰਦਰ ਹੈ ਉਹਦਾ ਨਾਮ ਵੀ ਆਪਾਂ ਲਿਖਣਾ ਚਾਹੁੰਦੇ ਹਾਂ ਸੈਂਟੈਂਸ ਦੇ ਵਿੱਚ, ਫਿਰ ਆਪਾਂ THE ਦੈਨ ਦਾ ਯੂਜ਼ ਕਰਾਂਗੇ, THAN ਦੈਨ ਦਾ ਯੂਜ਼ ਕਰਾਂਗੇ। ਮੰਨ ਲਓ ਆਪਾਂ ਕਹੀਏ ਰਾਮ ਸ਼ਾਮ ਨਾਲੋਂ ਜ਼ਿਆਦਾ ਸੁੰਦਰ ਹੈ, ਤਾਂ ਆਪਾਂ ਕਹਾਂਗੇ ਰਾਮ ਇਜ਼ ਮੋਰ ਹੈਂਡਸਮ ਦੈਨ ਸ਼ਾਮ, ਤਾਂ ਹੁਣ ਇੱਥੇ ਦੈਨ ਦਾ ਯੂਜ਼ ਕਰਾਂਗੇ। ਤਾਂ ਇਸੇ ਲਈ ਇਹਨਾਂ ਨੇ ਕਿਹਾ, ਕਹਿੰਦੇ ਜੇਕਰ ਜ਼ਰੂਰਤ ਹੈ ਤਾਂ ਦੈਨ ਦਾ ਯੂਜ਼ ਕਰੋ। ਹੁਣ ਆਪਾਂ ਸੈਂਟੈਂਸ ਪੜਾਂਗੇ, ਜੇਕਰ ਸੈਂਟੈਂਸ ਦੇ ਵਿੱਚ ਆਪਾਂ ਨੇ ਦੇਖੋ ਇਹ ਮੱਚ ਅ ਬਿਟ, ਇਹ ਤਾਂ ਆਪਾਂ ਇਸੇ ਤਰ੍ਹਾਂ ਲਿਖ ਦੇਣਾ। ਜਿਹੜੇ ਦੂਸਰੇ ਹੈਗੇ ਨੇ ਐਡਜੈਕਟਿਵ, ਇਹਨਾਂ ਨੂੰ ਆਪਾਂ ਨੇ ਕੰਪੈਰੇਟਿਵ ਫਾਰਮ ਬਣਾ ਦੇਣਾ। ਉਸ ਤੋਂ ਅੱਗੇ ਵੀ ਸੈਂਟੈਂਸ ਆਪਾਂ ਨੇ ਪੜ੍ਹ ਕੇ ਦੇਖਣਾ, ਜੇਕਰ ਕੰਪੇਅਰ ਹੋ ਰਿਹਾ ਔਰ ਜਿਸ ਦੇ ਨਾਲ ਕੰਪੇਅਰ ਹੋ ਰਿਹਾ ਉਹ ਵੀ ਆਪਾਂ ਨੂੰ ਸ਼ਬਦ ਅੱਗੇ ਦਿੱਤਾ ਹੈ, ਫਿਰ ਆਪਾਂ ਦੈਨ ਦਾ ਯੂਜ਼ ਕਰਕੇ ਅੱਗੇ ਆਪਾਂ ਉਹ ਲਿਖਾਂਗੇ।
ठीक है, देखो आप बनाना शुरू करते हैं, आराम नाल तुहानूं समझ आएगा। फर्स्ट देखो कहते हर इलनेस वॉज, हुण इत्थे डैश दे विच तुसीं पहलां जदों आपां फस्ट टाइम बनाउण तो पहलां पढ़िया करांगे ना, तुसीं हर बार जो ब्रैकेट दे विच जिस तरह इन्हां ने दित्ता है उसे तरह इत्थे तुसीं लगा के इसनूं बोल के सारा पढ़ लिओ, तां आपां नूं एक बार उसदी जिहड़ी पंजाबी है वो समझ आ जाएगी। आप इसे तरह देखो बोल के पढ़ांगे। देखो हर इलनेस वॉज मच सीरीयस वी थॉट एट फस्ट, ਇਹਦਾ मतलब की बनया, कहते जिहड़ी उसकी बीमारी सी है ना वो ज़्यादा सीरीयस सीगी, वी थॉट एट फस्ट, जिन्ना सी पहला सोचा सी, मतलब कि कोई बंदा बीमार सीगा, ठीक है, तो यह कहता असी ने सोचा भी हाँ वो यार सीरीयस बीमार होगा, बट कहना जिहड़ी उसकी बीमारी सी भी जिन्ना असी सोचा सी भी जिन्नी सीरीयस उसकी बीमारी है, असी जिन्ना सोचा उसकी बीमारी उस तो ज़्यादा सीरीयस सी, मतलब कि इत्थे कंपैरिजन किया गया भी जिन्ना असी सोचा साडी सोच तो ज़्यादा सीरीयस उसकी बीमारी सी, तो इत्थे आपां इसनूं बनावांगे हर इलनेस वॉज मच, तो इस तरह लिखांगे मच। हुण सीरीयस नूं आपां कंपैरेटिव फॉर्म दे विच यूज़ कर देंगे, तो कंपैरेटिव फॉर्म इस दे नाल ER तो लगदा नहीं, तो मोर लगेगा, मच मोर सीरीयस। हुण अगे आपां हुण अगे आपां THA दैन का यूज़ करांगे, क्योंकि कंपेयर किया गया जिस नाल कंपेयर किया गया वो भी इत्थे मौजूद है एट फस्ट, भी जिन्ना सी पहला सोचा सी उस तो ज़्यादा सीरीयस सी, तां करके इत्थे आपां THA दैन का यूज़ कर लिया। अगला सेंटेंस देखो, दिस बैग इज़ टू स्मॉल, कोई बैग है उसदे कोल, वो कहंदा कि दिस बैग इज़ टू स्मॉल, ये बैग बहुत ज़्यादा छोटा है। आई नीड समथिंग मच बिग, ये आपां ये उरे ला के मतलब पढ़ लिया मच बिग, आई नीड समथिंग मच बिग, मैनू होर बड़ा बैग चाहिए, बट अगे कंपेयर किसी नाल नहीं किया कि किस तो ज़्यादा बड़ा बैग चाहिए, कंपैरिजन कोई नहीं है, आप इस तरह लिख देंगे आई नीड समथिंग मच, तो इस तरह आ जाएगा मच। बिग दी कंपैरेटिव फॉर्म तो आप लिखांगे बिगर, क्योंकि यह बिगर इस तरह लिखा जाता है, तो यह अपना आंसर आ गया। थर्ड देखो, आई लाइक द म्यूजियम, कहना मैनू म्यूजियम वधिया लग्या, आई लाइक द म्यूजियम, मैनू म्यूजियम पसंद आया। इट वॉज अपन ब्रैकेट दे विच है मच इंटरस्टिंग, तो आ गया इट वॉज मच इंटरस्टिंग आई एक्सपैक्टड, एक्सपैक्टड हुंदा उम्मीद करनी, तो इत्थे की कहने की कोशिश कर रहा है, कहना इट वॉज मच इंटरस्टिंग आई एक्सपैक्टड, कहना जिन्ना मैं एक्सपैक्ट कर रहा सी, जिन्नी मैं उम्मीद कर रहा सी, ये उस तो ज़्यादा इंटरस्टिंग थी, मतलब कि देखो कंपैरिजन किया गया, कंपैरिजन आ गया कि जिन्नी मैं उम्मीद कर रहा सी मेरी उम्मीद तो ज़्यादा इंटरस्टिंग सीगा, तां करके इत्थे दैन दा यूज़ होएगा, तो इत्थे आएगा इट वॉज मच, मच इस तरह आ जाएगा, इट वॉज मच इंटरस्टिंग, हुण इंटरस्टिंग दे नाल मूहरे मोर लगेगा अगे, है ना, मच मोर इंटरस्टिंग, मच मोर इंटरस्टिंग सीगा दैन, इत्थे दैन लग्या क्योंकि आई एक्सपैक्टड, भी जिन्नी मैं उम्मीद कर रहा सी मेरी उम्मीद तो ज़्यादा इंटरस्टिंग निकलिया। फोर्थ, इट वॉज वेरी हॉट येस्टरडे, कल बहुत ज़्यादा गर्मी सीगा, कल बहुत ज़्यादा मतलब हॉट सीगा, गर्मी सी। टुडे इट इज़ अ बिट कूल, मतलब अज थोड़ा मतलब की है सर्दी है, अज थोड़ी सर्दी है, किस नाल कंपेयर नहीं किया गया, सिंपल लिख देंगे टुडे इट इज़ अ बिट कूल, कूल दी कंपैरेटिव फॉर्म कूलर, इजी है बिल्कुल। अगला पंजवा, आई एम अफ्रेड द प्रॉब्लम इज डैश आ गया, मतलब फैर कॉम्प्लीकेटेड, कहता आई एम अफ्रेड द प्रॉब्लम इज फैर कॉम्प्लीकेटेड, कॉम्प्लीकेटेड होंदा गुलझनदार, कहना जी प्रॉब्लम है वो ज़्यादा गुलझनदार है। इट सीम्स होंदा दिखाई देना, कहते जिन्नी ये दिखाई दे रही है प्रॉब्लम उस तो ज़्यादा गुलझनदार है। देखो कंपेयर हो रहा है, कंपेयर किस नाल कंपेयर हो रहा है, कहते जिन्नी प्रॉब्लम है जी जिन्नी दिखाई दे रही है उस तो ज़्यादा कॉम्प्लीकेटेड है, तां करके आएगा द प्रॉब्लम इज फैर कॉम्प्लीकेटेड दे नाल आपां मोर कॉम्प्लीकेटेड आएगा, फैर मोर कॉम्प्लीकेटेड देन इट सीम्स, भी जिन्नी दिखाई दे रही है उस तो ज़्यादा कॉम्प्लीकेटेड है, कंपैरिजन हो रहा है तां करके इत्थे जिस नाल कंपैरिजन हो रहा है वो मौजूद है, तां करके इत्थे देन दा यूज़ आ गया।
ਛੇਵਾਂ ਯੂ ਆਰ ਡਰਾਈਵਿੰਗ ਟੂ ਫਾਸਟ, ਤੁਸੀਂ ਬਹੁਤ ਜ਼ਿਆਦਾ ਤੇਜ਼ ਮਤਲਬ ਜਿਹੜਾ ਡਰਾਈਵ ਕਰ ਰਹੇ ਹੋ। ਕੈਨ ਯੂ ਡਰਾਈਵ ਅ ਬਿਟ ਸਲੋਲੀ, ਕੈਨ ਯੂ ਡਰਾਈਵ ਅ ਬਿਟ ਸਲੋਲੀ, ਅੱਗੇ ਆਪਾਂ ਕਿਸੇ ਨਾਲ ਕੰਪੇਅਰ ਨਹੀਂ ਕਰ ਰਹੇ, ਸਿੰਪਲ ਕਹਿ ਰਹੇ ਕੈਨ ਯੂ ਡਰਾਈਵ ਅ ਬਿਟ ਹੁਣ ਸਲੋਲੀ ਹੈ, ਹੁਣ ਸਲੋਲੀਅਰ ਨਹੀਂ ਹੈਗਾ ਇੱਥੇ, ਸਲੋਲੀ ਇਸ ਨਾਲ ਮੋਰ ਲੱਗੇਗਾ ਕਿਉਂਕਿ ਇਹ ਐਡਵਰਬ ਹੈ, ਮੋਰ ਸਲੋਲੀ ਤੇ ਆਏਗਾ ਕੈਨ ਯੂ ਡਰਾਈਵ ਅ ਬਿਟ ਮੋਰ ਸਲੋਲੀ। ਸੱਤਵਾਂ ਇਟ ਇਜ਼ ਡੈਸ਼, ਇੱਥੇ ਕੀ ਹੈ ਅ ਲੋਟ ਈਜ਼ੀ, ਤਾਂ ਇੱਥੇ ਆ ਜਾਏਗਾ ਇਟ ਇਜ਼ ਅ ਲੋਟ ਈਜ਼ੀ ਟੂ ਲਰਨ ਅ ਲੈਂਗੁਏਜ ਇਨ ਅ ਕੰਟਰੀ ਵੇਅਰ ਇਟ ਇਜ਼ ਸਪੋਕਨ, ਕਿਸੇ ਦੇ ਨਾਲ ਕੁਝ ਕੰਪੇਅਰ ਨਹੀਂ ਕੀਤਾ ਗਿਆ, ਸਿੰਪਲ ਕੀ ਕਿਹਾ ਗਿਆ ਇਟ ਇਜ਼ ਅ ਲੋਟ ਈਜ਼ੀ, ਬਹੁਤ ਜ਼ਿਆਦਾ ਈਜ਼ੀ ਹੈ ਟੂ ਲਰਨ ਅ ਲੈਂਗੁਏਜ ਸਿੱਖਣਾ, ਇਨ ਅ ਕੰਟਰੀ ਉਸ ਕੰਟਰੀ ਦੇ ਵਿੱਚ ਵੇਅਰ ਇਟ ਇਜ਼ ਸਪੋਕਨ, ਜਿੱਥੇ ਇਹ ਲੈਂਗੁਏਜ ਬੋਲੀ ਜਾਂਦੀ ਹੈ ਉੱਥੇ ਉਹ ਲੈਂਗੁਏਜ ਸਿੱਖਣੀ ਬਹੁਤ ਜ਼ਿਆਦਾ ਈਜ਼ੀ ਹੈ। ਜਿਸ ਤਰ੍ਹਾਂ ਕਿ ਆਪਾਂ ਪੰਜਾਬ ਦੇ ਵਿੱਚ ਆ ਹੈ ਨਾ, ਤਾਂ ਪੰਜਾਬੀ ਹੋ ਗਈ ਪੰਜਾਬ ਸਟੇਟਸ, ਇੰਡੀਆ ਦੇ ਵਿੱਚ ਹਿੰਦੀ ਹੋ ਗਈ, ਇਸ ਤਰ੍ਹਾਂ ਬ੍ਰਿਟਿਸ਼ ਦੇ ਵਿੱਚ ਇੰਗਲਿਸ਼ ਹੋ ਗਈ, ਤਾਂ ਯਹੀ ਜਗ੍ਹਾ 'ਤੇ ਉਹ ਲੈਂਗੁਏਜ ਬੋਲਣੀ ਕਹਿੰਦੇ ਬਹੁਤ ਜ਼ਿਆਦਾ ਮਤਲਬ ਆਸਾਨ ਹੋ ਜਾਂਦੀ ਹੈ। ਤਾਂ ਹੈਗਾ ਇਟ ਇਜ਼ ਅ ਲੋਟ ਈਜ਼ੀ ਦਾ ਈਜ਼ੀਅਰ, ਇਸ ਤਰ੍ਹਾਂ ਜਗ੍ਹਾ ਇਹ ਮੈਂ ਤੁਹਾਨੂੰ ਸਮਝਾਇਆ ਸੀ, ਬਾਈ ਕੱਟ ਕੇ IER ਲੱਗ ਜਾਂਦਾ ਈਜ਼ੀਅਰ, ਕਿਉਂਕਿ ਕੰਪੇਅਰ ਕਿਸੇ ਨਾਲ ਨਹੀਂ ਹੈਗਾ, ਸਿਰਫ ਦੱਸਿਆ ਗਿਆ, ਤਾਂ ਕਰਕੇ ਇੱਥੇ ਇਸ ਤਰ੍ਹਾਂ ਜਗ੍ਹਾ। ਅੱਠਵਾਂ ਆਈ ਥਾਟ ਸ਼ੀ ਵਾਜ਼ ਯੰਗਰ ਦੈਨ ਮੀ, ਕਹਿੰਦਾ ਮੈਂ ਤਾਂ ਸੋਚਿਆ ਸੀ ਕਿ ਉਹ ਮੇਰੇ ਤੋਂ ਜ਼ਿਆਦਾ ਯੰਗਰ ਹੈ, ਮੇਰੇ ਤੋਂ ਮਤਲਬ ਕਿ ਛੋਟੀ ਹੈ ਨਾ, ਬਟ ਇਨ ਫੈਕਟ ਪਰ ਅਸਲ ਦੇ ਵਿੱਚ ਸ਼ੀ ਇਜ਼ ਸਲਾਈਟਲੀ ਓਲਡ, ਪਰ ਅਸਲ ਦੇ ਵਿੱਚ ਉਹ ਮਤਲਬ ਕਿ ਜ਼ਿਆਦਾ ਵੱਡੀ ਹੈ, ਮੇਰੇ ਤੋਂ ਵੱਡੀ ਹੈ, ਕੰਪੇਅਰ ਕਿਸੇ ਨਾਲ ਨਹੀਂ, ਸਿੰਪਲ ਦੱਸਿਆ ਗਿਆ ਕਿ ਮੇਰੇ ਤੋਂ ਵੱਡੀ ਹੈ, ਕਿਉਂਕਿ ਜਿਸ ਦੇ ਨਾਲੋਂ ਵੱਡੀ ਹੈ ਉਹ ਅੱਗੇ ਆ ਗਿਆ, ਇੱਥੇ ਕੰਪੇਅਰ ਨਹੀਂ ਕੀਤਾ ਗਿਆ ਪਿੱਛੇ, ਤਾਂ ਕਰਕੇ ਸਿੰਪਲ ਆ ਜਾਏਗਾ ਸਲਾਈਟਲੀ ਓਲਡ ਆ ਜਾਏਗਾ ਓਲਡਰ, ਇੱਥੇ ਫੁੱਲ ਸਟਾਪ। ਸੋ ਇਹ ਸੀ ਇਸ ਆਪਣੀ ਯੂਨਿਟ ਦਾ ਫਸਟ ਪਾਰਟ, ਬਿਲਕੁਲ ਈਜ਼ੀ ਹੈ, ਇਸ ਦੇ ਵਿੱਚ ਸਿਰਫ ਤੁਸੀਂ ਨੇ ਕੰਪੈਰੇਟਿਵ ਫਾਰਮ ਦਾ ਯੂਜ਼ ਕਰਨਾ ਹੈ। ਜੇਕਰ ਸੈਂਟੈਂਸ ਦੇ ਵਿੱਚ ਜਿਸ ਨਾਲ ਕੰਪੇਅਰ ਕਰ ਰਹੇ ਹਾਂ ਅੱਗੇ ਸੈਂਟੈਂਸ ਦੇ ਵਿੱਚ ਉਹ ਵੀ ਦਿੱਤਾ ਹੈ ਤਾਂ ਆਪਾਂ ਉੱਥੇ THA ਦੈਨ ਦਾ ਯੂਜ਼ ਹੈ ਜਿਹੜਾ ਉਹ ਕਰਾਂਗੇ। ਸੋ ਇਹ ਸੀ ਆਪਣੀ ਇਸ ਯੂਨਿਟ ਦਾ ਆਪਣਾ ਪਾਰਟ ਫਸਟ, ਐਂਡ ਅੱਗੇ ਆਪਣੀ ਇਸ ਯੂਨਿਟ ਦਾ ਸੈਕੰਡ ਪਾਰਟ ਹੈ ਜਿਹੜਾ ਉਹ ਆਪਾਂ ਕਰਾਂਗੇ। ਇਹ ਵੀ ਬਿਲਕੁਲ ਆਸਾਨ ਹੈ, ਦੇਖੋ ਇੱਕ ਵਾਰ ਮੈਂ ਤੁਹਾਨੂੰ ਸਮਝਾ ਦੇਵਾਂਗਾ, ਆਸਾਨੀ ਨਾਲ ਤੁਸੀਂ ਇਸ ਨੂੰ ਕਰ ਪਾਓਗੇ। ਇਸ ਦੇ ਵਿੱਚ ਆਪਾਂ ਨੇ ਕੀ ਕਰਨਾ ਹੈ, ਦੇਖੋ ਆਪਾਂ ਨੂੰ ਸੈਂਟੈਂਸ ਦਿੱਤੇ ਗਏ ਨੇ 5, ਕੰਪਲੀਟ ਦਾ ਸੈਂਟੈਂਸਸ, ਇਹ ਸੈਂਟੈਂਸ ਨੇ ਜਿਹੜੇ ਇਨਕੰਪਲੀਟ ਨੇ, ਦੇਖੋ ਬਲੈਂਕਸ ਦਿੱਤੇ ਹੋਏ ਨੇ, ਕੰਪਲੀਟ ਨਹੀਂ ਹੈਗੇ, ਇਹਨਾਂ ਨੂੰ ਕੰਪਲੀਟ ਕਰੋ। ਔਰ ਕੰਪਲੀਟ ਕਰਨਾ ਕਿਸ ਤਰ੍ਹਾਂ ਹੈ, ਯੂਜ਼ਿੰਗ ਐਨੀ ਨੋ, ਮਤਲਬ ਜਾਂ ਤਾਂ ਆਪਾਂ ਐਨੀ ਦਾ ਯੂਜ਼ ਕਰਨਾ ਹੈ ਜਾਂ ਫਿਰ ਨੋ ਦਾ ਯੂਜ਼ ਕਰਨਾ ਹੈ। ਹਰ ਇੱਕ ਸੈਂਟੈਂਸ ਦੇ ਵਿੱਚ ਇੱਥੇ ਆਪਾਂ ਜਾਂ ਤਾਂ ਐਨੀ ਦਾ ਯੂਜ਼ ਕਰਾਂਗੇ ਜਾਂ ਫਿਰ ਨੋ ਦਾ ਯੂਜ਼ ਕਰਾਂਗੇ ਪਲੱਸ ਕੰਪੈਰੇਟਿਵ। ਉਸ ਤੋਂ ਬਾਅਦ ਆਪਾਂ ਨੇ ਕੰਪੈਰੇਟਿਵ ਫਾਰਮ ਯੂਜ਼ ਕਰਨੀ ਹੈ। ਉਸੇ ਤਰ੍ਹਾਂ ਆਪਾਂ ਦੇਖਾਂਗੇ ਕਿ ਆਪਾਂ ਕਿਹੜਾ ਐਡਜੈਕਟਿਵ ਯੂਜ਼ ਕਰਨਾ ਹੈ। ਇਹਨਾਂ ਨੇ ਇੱਥੇ ਆਪਾਂ ਨੂੰ ਐਡਜੈਕਟਿਵ ਨਹੀਂ ਦਿੱਤਾ ਹੋਇਆ, ਪਹਿਲਾਂ ਤਾਂ ਐਡਜੈਕਟਿਵ ਦਿੱਤੇ ਹੋਏ ਸੀ, ਮੰਨ ਲਓ ਆਪਾਂ ਨੂੰ ਦਿੱਤਾ ਹੋਇਆ ਸੀਗਾ ਇੰਟਰਸਟਿੰਗ, ਆਪਾਂ ਮੋਰ ਇੰਟਰਸਟਿੰਗ ਕਰਤਾ, ਬਟ ਇੱਥੇ ਆਪਾਂ ਨੂੰ ਐਡਜੈਕਟਿਵ ਨਹੀਂ ਦਿੱਤੇ ਹੋਏ, ਸਿਰਫ ਐਨੀ ਅਤੇ ਨੋ ਦੱਸਿਆ ਕਿ ਇੱਥੇ ਐਨੀ ਅਤੇ ਨੋ ਦਾ ਯੂਜ਼ ਕਰਨਾ ਹੈ ਪਹਿਲਾਂ ਤੁਸੀਂ ਨੇ, ਉਹ ਤਾਂ ਆਏਗਾ ਹੀ ਆਏਗਾ। ਉਸ ਤੋਂ ਅੱਗੇ ਤੁਸੀਂ ਨੇ ਕੰਪੈਰੇਟਿਵ ਫਾਰਮ ਯੂਜ਼ ਕਰਨੀ ਹੈ। ਉਹ ਆਪਾਂ ਦੇਖਣਾ ਹੈ ਕਿ ਸੈਂਸ ਦੇ ਮੁਤਾਬਕ, ਸੈਂਟੈਂਸ ਦੀ ਸੈਂਸ ਦੇ ਮੁਤਾਬਕ ਕਿਹੜਾ ਐਡਜੈਕਟਿਵ ਆਏਗਾ, ਉਸ ਐਡਜੈਕਟਿਵ ਨੂੰ ਆਪਾਂ ਨੇ ਕੰਪੈਰੇਟਿਵ ਫਾਰਮ ਦੇ ਵਿੱਚ ਯੂਜ਼ ਕਰ ਲੈਣਾ ਹੈ। ਉਸ ਤੋਂ ਅੱਗੇ ਯੂਜ਼ ਦੈਨ, ਉਸੇ ਤਰ੍ਹਾਂ ਦੈਨ ਦਾ ਯੂਜ਼ ਕਰੋ ਵੇਅਰ ਨੈਸੈਸਰੀ, ਜੇਕਰ ਤੁਹਾਨੂੰ ਜ਼ਰੂਰਤ ਲੱਗਦੀ ਹੈ ਤਾਂ ਦੈਨ ਦਾ ਯੂਜ਼ ਕਰੋ। ਮਤਲਬ ਜੇਕਰ ਕੰਪੇਅਰ ਕਿਸੇ ਨਾਲ ਕੀਤਾ ਗਿਆ, ਉਹ ਵੀ ਉੱਥੇ ਕੋਈ ਉਹ ਉੱਥੇ ਚੀਜ਼ ਜਾਂ ਫਿਰ ਕੋਈ ਉੱਥੇ ਜਿਹੜਾ ਆਪਣਾ ਪਰਸਨ ਹੈਗਾ, ਤਾਂ ਉਸ ਨੂੰ ਦੈਨ ਦਾ ਯੂਜ਼ ਕਰਕੇ ਆਪਾਂ ਉਸ ਨੂੰ ਯੂਜ਼ ਕਰਾਂਗੇ। ਦੇਖੋ ਸਭ ਤੋਂ ਪਹਿਲਾਂ ਦੇਖੋ ਹੁਣ ਐਨੀ ਅਤੇ ਨੋ ਦਾ ਯੂਜ਼ ਤੁਸੀਂ ਕਿਵੇਂ ਕਰੋਗੇ। ਦੇਖੋ ਐਨੀ ਅਤੇ ਨੋ ਦਾ ਯੂਜ਼ ਕਿੱਥੇ ਕਰੋਗੇ, ਬਿਲਕੁਲ ਈਜ਼ੀ ਹੈ, ਇਹ ਬਿਲਕੁਲ ਈਜ਼ੀ ਹੈ। ਦੋ ਸੈਂਟੈਂਸ ਦਿੱਤੇ ਗਏ ਨੇ ਆਪਾਂ ਨੂੰ, ਦੋ ਪਾਰਟ ਸੈਂਟੈਂਸ ਦੇ ਕਰਕੇ ਆਪਾਂ ਨੂੰ ਦਿੱਤੇ ਗਏ ਨੇ। ਜਿਹੜਾ ਲਾਸਟ ਵਾਲਾ ਸੈਂਟੈਂਸ ਹੈ, ਮਤਲਬ ਲਾਸਟ ਵਾਲਾ ਪਾਰਟ ਹੋਏਗਾ ਹਰ ਇੱਕ ਦਾ, ਜਿਸ ਤਰ੍ਹਾਂ ਇਹਦੇ ਵਿੱਚ ਇਹ ਪਹਿਲਾ ਪਾਰਟ ਹੋ ਗਿਆ, ਇਹ ਲਾਸਟ ਪਾਰਟ ਹੋ ਗਿਆ, ਇਸ ਦੇ ਵਿੱਚ ਇਹ ਪਹਿਲਾ ਪਾਰਟ ਹੋ ਗਿਆ, ਇਹ ਉਦੋਂ ਅਗਲਾ ਲਾਸਟ ਪਾਰਟ ਹੋ ਗਿਆ, ਇਹ ਲਾਸਟ ਪਾਰਟ, ਇਹ ਜਿਹੜਾ ਲਾਸਟ ਪਾਰਟ ਹੈ, ਜੇਕਰ ਉਸ ਦੇ ਵਿੱਚ ਪਹਿਲਾਂ ਤੋਂ ਨੋਟ ਦਾ ਯੂਜ਼ ਕੀਤਾ ਗਿਆ ਹੈ, ਨੋਟ ਦਾ ਯੂਜ਼ ਪਹਿਲਾਂ ਤੋਂ ਕੀਤਾ ਗਿਆ ਹੈ, ਫਿਰ ਆਪਾਂ ਐਨੀ ਦਾ ਯੂਜ਼ ਕਰਾਂਗੇ, ਫਿਰ ਤੁਸੀਂ ਯੂਜ਼ ਕਰੋਗੇ ਐਨੀ ਦਾ। ਜੇਕਰ ਉਸ ਦੇ ਵਿੱਚ ਨੋਟ ਦਾ ਯੂਜ਼ ਪਹਿਲਾਂ ਤੋਂ ਨਹੀਂ ਕੀਤਾ ਗਿਆ, ਫਿਰ ਤੁਸੀਂ ਨੋ ਦਾ ਯੂਜ਼ ਕਰੋਗੇ। ਵੈਰੀ ਸਿੰਪਲ। ਉਸ ਤੋਂ ਅੱਗੇ ਕੰਪੈਰੇਟਿਵ ਫਾਰਮ ਦੇ ਵਿੱਚ ਐਡਜੈਕਟਿਵ ਆਪਣੇ ਕੋਲੋਂ ਲਗਾਓਗੇ ਜਿਹੜਾ ਤੁਹਾਨੂੰ ਸੂਟੇਬਲ ਲੱਗੇਗਾ। ਠੀਕ ਹੈ,
देखो हुण आपां स्टार्ट करते हैं। ये चीज़ तुसीं ने समझ के रखनी है। देखो जिस तरह की फस्ट देखो आप फस्ट करते हैं, पहले दो करते हैं, तो समझ आ जाएगा। फस्ट दे कह की रहा है, कहना आई हैव वेटेड लॉन्ग इनफ, कहना मैं बहुत लंबा समा इंतजार कर चुकिया। अगे की कह रहा है, आई एम नॉट वेटिंग डैश। पहली गल तो इत्थे वो लगा दो एनी अते नो दे विचों की आएगा। देखो आई एम नॉट, नॉट पहला आ गया तो यदा मतलब आप की लगावांगे एनी। आई एम नॉट वेटिंग एनी हुण डैश, इत्थे आप एडजैक्टिव देखो किहड़ा यूज करांगे, आप गैस लावांगे ये की कहने की कोशिश कर रहा है। ये कहने की कोशिश कर रहा है कि मैं बहुत लंबा समा इंतजार कर चुकिया। आई एम नॉट वेटिंग एनी, मैं होर लंबा समा इंतजार नहीं करांगा, मतलब कि मैं इस तो अगे होर इंतजार नहीं करांगा। तो इत्थे देखो एडजैक्टिव आ सकता है, आई एम नॉट वेटिंग एनी लॉन्गर, एनी लॉन्गर मतलब कि होर लंबा समा मैं इंतजार नहीं करूंगा, मैं ऑलरेडी बहुत लंबा समा इंतजार कर चुके हैं। और नॉट पहला तो सी तो अपने एनी का यूज कर लिया। आई होप कि तुहानूं समझ आ गया। देखो सैकेंड देखो, कहना आई एम सॉरी आई एम अ बिट लेट। ये मतलब पहुंचिया किसी जगह ते, उस बंदे नूं आके कह रहा जिस कोल पहुंचिया, कहना आई एम सॉरी आई एम अ बिट लेट, कहना मैं माफ़ी चाहना मैं थोड़ा लेट हाँ, बट आई कुडंट गेट हेयर, पर मैं इत्थे नहीं पहुंच सकिया। हुण देखो कि इत्थे की कहूगा, ये ऑब्वियस है। आप किसी को कह रहे हैं कि आई एम सॉरी मैं थोड़ा लेट हो गया क्योंकि मैं इत्थे मतलब कि पहला नहीं पहुंच सकिया, मतलब कि उसनूं पहला पहुंचना चाहिए सी। तो पहला की हुंदा है इंग्लिश दे विच एडजैक्टिव किहड़ा हो गया, अर्ली। कहंदा मैं माफ़ी चाहना मैं थोड़ा लेट हो गया, मैं पहला नहीं पहुंच सकिया, इसलिए इत्थे एडजैक्टिव आएगा अर्ली। बट उस तो पहला एनी अते नो चो की आएगा, देखो बट आई कुड नॉट, नॉट पहला तो हैगा तां करके एनी, एनी अर्लीयर। हुण देखो की बन गया, कहना आई एम सॉरी आई एम बिट लेट, मैं माफ़ी चाहना मैं थोड़ा लेट हो गया, बट आई कुडंट गेट हेयर एनी अर्लीयर, पर मैं इत्थे पहला नहीं पहुंच सकिया, है ना, क्योंकि कोई होगी कोई प्रॉब्लम। थर्ड दैन का यूज अगे तां नहीं करिया क्योंकि कंपेयर अगे किसी नाल नहीं किया होया। थर्ड देखो, दिस शॉप इज़ नॉट एक्सपेंसिव, किसी दुकान दे विच गए, कहते ये जिहड़ी शॉप है दुकान है ज़्यादा महंगी एक्सपेंसिव नहीं हैगी। हुण अगे द प्राइसेस आर डैश एनीवेयर एल्स, पहली गल तो द प्राइसेस आर नॉट नहीं हैगा किते भी, तो आप नो का यूज करांगे, नो। हुण आप अगे देखांगे की कह सकदा है, ये कह रहा है कि ये दुकान ज़्यादा महंगी नहीं हैगी, इत्थे द प्राइसेस आर नो, द प्राइसेस आर नो एनीवेयर एल्स। ऑब्वियस है जो आप कह रहे हैं कि ये दुकान ज़्यादा महंगी नहीं हैगी, तो उसके जोड़े प्राइसेस ने वो भी आप की कहांगे कि ज़्यादा महंगे नहीं हैगे, है ना। जो दुकान महंगी नहीं हैगी तो यह मतलब ऑब्वियस आप कह रहे हैं कि इस दुकान के प्राइसेस ने जोड़े एनीवेयर एल्स किते होर नालों ज़्यादा महंगे नहीं हैगे, एक्सपेंसिव नहीं हैगे, तो आप कहांगे द प्राइसेस आर नो मोर एक्सपेंसिव, एक्सपेंसिव प्राइसेस ने जोड़े ज़्यादा महंगे नहीं हैगे एनीवेयर एल्स किते होर नालों, कंपेयर कर रहे हैं किसी होर नालों, दैन एनीवेयर एल्स। हुण आपां इत्थे मोर एक्सपेंसिव कंपैरेटिव डिग्री यूज की है, इस दी जगह तुसीं हाईयर भी यूज कर सकते हो। आप यह भी कह सकते हैं द प्राइसेस आर नो, द प्राइसेस आर नो हाईयर दैन एनीवेयर एल्स, वो भी ठीक होएगा, उस दे विच भी कोई प्रॉब्लम नहीं, सेंस सेम निकलेगी। चौथा, आई नीड टू स्टॉप फॉर अ रेस्ट, कहना मैनू रेस्ट करने लिए रुकन की जरूरत है, क्यों, आई कांट वॉक डैश, यदा मतलब ऑब्वियस है, ये कहना चाह रहा है कि मैं रेस्ट करने लिए रुकन की गल कर रहा है, तो अगे कह रहा है आई कांट वॉक, मैं चल नहीं सकता, मतलब कि कहने की कोशिश कर रहा है मैं होर अगे नहीं चल सकता। होर अगे, अगे का मतलब की हुंदा है, अगे का मतलब हुंदा है FAR फैर, तो इसकी कंपैरेटिव डिग्री यूज करांगे फर्दर, तुहानूं पता ही है FARTHER फर्दर। बट उस तो अगे इत्थे एनी अते नो चो की यूज करांगे, देखो आई कांट, नॉट का यूज हो रहा है, नॉट का यूज इत्थे हो रहा है, तो एनी आप इत्थे कहांगे एनी फर्दर, ये देखो कंप्लीट हो गया, मैं होर अगे नहीं चल सकता। पंजवां, द ट्रैफिक इज नॉट पर्टिकुलरली बैड टुडे, अज जिहड़ी ट्रैफिक है कहना ज़्यादा बैड नहीं हैगी, ज़्यादा बैड नहीं हैगी मतलब कि ट्रैफिक थोड़ी घट है, अगे ट्रैफिक ज़्यादा हुंदी सी,
ਤਾਂ ਅਗਲੇ ਸੈਂਟੈਂਸ 'ਚ ਕਹਿ ਰਿਹਾ ਇਟ ਇਜ਼ ਡੈਸ਼ ਯੂਜ਼ੂਅਲ। ਪਹਿਲੀ ਗੱਲ ਤਾਂ ਇਟ ਇਜ਼ ਨੋਟ ਦਾ ਜਿਹੜਾ ਯੂਜ਼ ਹੈ ਨਹੀਂ ਹੋਇਆ ਤਾਂ ਨੋ, ਇਟ ਇਜ਼ ਨੋ। ਹੁਣ ਅੱਗੇ ਆਪਾਂ ਕੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ, ਆਪਾਂ ਇਹ ਗੱਲ ਕਹਿ ਰਹੇ ਹਾਂ ਕਿ ਟ੍ਰੈਫਿਕ ਜ਼ਿਆਦਾ ਬੁਰੀ ਨਹੀਂ ਹੈਗੀ, ਕਿਉਂਕਿ ਅੱਗੇ ਵੀ ਕਹਿ ਰਿਹਾ ਦ ਟ੍ਰੈਫਿਕ ਇਜ਼ ਨੋਟ ਪਾਰਟੀਕੂਲਰਲੀ ਬੈਡ ਟੂਡੇ, ਅੱਜ ਟ੍ਰੈਫਿਕ ਜ਼ਿਆਦਾ ਬੈਡ ਨਹੀਂ ਹੈਗੀ। ਤਾਂ ਇੱਥੇ ਵੀ ਉਹੀ ਗੱਲ ਕਹਿ ਰਿਹਾ ਇਟ ਇਜ਼ ਨੋ, ਤਾਂ ਬੈਡ ਦਾ ਜਿਹੜਾ ਆਪਾਂ ਕੰਪੈरेटिव ਡਿਗਰੀ ਵਰਸ, ਦੇਖੋ ਬਿਲਕੁਲ ਸੈਂਸ ਬਣਦੀ ਹੈ, ਇਟ ਇਜ਼ ਨੋ ਵਰਸ ਹੈ ਨਾ, ਇਟ ਇਜ਼ ਨੋ ਵਰਸ ਡੈਸ਼ ਯੂਜ਼ੂਅਲ, ਯੂਜ਼ੂਅਲ ਅਕਸਰ। ਹੁਣ ਕੰਪੇਅਰ ਕਰ ਰਹੇ ਹਾਂ ਕਿ ਜਿੰਨੀ ਅਕਸਰ ਹੁੰਦੀ ਹੈ, ਜਿੰਨੀ ਟ੍ਰੈਫਿਕ ਅਕਸਰ ਹੁੰਦੀ ਹੈ, ਅੱਜ ਉਸ ਤੋਂ ਜ਼ਿਆਦਾ ਬੁਰੀ ਨਹੀਂ ਹੈਗੀ, ਮਤਲਬ ਕਿ ਘੱਟ ਬੁਰੀ ਹੈ, ਤਾਂ ਕਰਕੇ ਇੱਥੇ THA ਦੈਨ ਦਾ ਆਏਗਾ, ਦੈਨ ਯੂਜ਼ੂਅਲ, ਤੇ ਬਣ ਜਾਏਗਾ ਇਟ ਇਜ਼ ਨੋ ਵਰਸ ਦੈਨ ਯੂਜ਼ੂਅਲ, ਵੀ ਜਿੰਨੀ ਅਕਸਰ ਬੁਰੀ ਹੁੰਦੀ ਹੈ ਅੱਜ ਉਸ ਤੋਂ ਬੁਰੀ ਹੈ ਜਿਹੜੀ ਉਹ ਨਹੀਂ ਹੈਗੀ, ਅੱਜ ਥੋੜੀ ਘੱਟ ਬੁਰੀ ਹੈ, ਕਿਉਂਕਿ ਪਹਿਲਾਂ ਦੱਸ ਚੁੱਕੇ ਨੇ। ਸੋ ਇਸ ਤਰ੍ਹਾਂ ਆਪਾਂ ਇੱਥੇ ਜਿਹੜਾ ਐਡਜੈਕਟਿਵ ਹੈ ਉਹ ਆਪਣੇ ਕੋਲੋਂ ਗੈਸ ਕਰਕੇ ਲਾਉਣਾ ਹੈ। ਵੈਸੇ ਤਾਂ ਬਿਲਕੁਲ ਆਸਾਨ ਹੈ, ਠੀਕ ਹੈ, ਤੁਸੀਂ ਅੰਦਾਜ਼ਾ ਲਾਓ ਆਪਣਾ, ਪਹਿਲਾਂ ਸੈਂਟੈਂਸ ਨੂੰ ਪੜ੍ਹੋ, ਪੰਜਾਬੀ ਬਣਾਓ, ਉਸ ਦੇ ਹਿਸਾਬ ਨਾਲ ਤੁਹਾਨੂੰ ਈਜ਼ੀਲੀ ਪਤਾ ਚੱਲ ਜਾਏਗਾ ਕਿ ਆਪਾਂ ਕਿਹੜਾ ਐਡਜੈਕਟਿਵ ਹੈ ਜਿਹੜਾ ਉਹ ਯੂਜ਼ ਕਰਨਾ ਹੈ। ਸੋ ਇਹ ਸੀ ਆਪਣੀ ਇਸ ਯੂਨਿਟ ਦਾ ਆਪਣਾ ਪਾਰਟ ਸੈਕੰਡ। ਐਂਡ ਅੱਗੇ ਆਪਣੀ ਇਸ ਯੂਨਿਟ ਦਾ ਥਰਡ ਪਾਰਟ ਹੈ ਜਿਹੜਾ, ਦੇਖੋ ਉਹ ਆਪਾਂ ਕਰਦੇ ਹਾਂ ਬੋਲ ਚਾਲ ਦੀ। ਇੰਗਲਿਸ਼ ਦੇ ਵਿੱਚ ਵੀ ਇਸ ਦੀ ਥੋੜੀ ਆਪਾਂ ਨੂੰ ਜ਼ਰੂਰਤ ਹੈ ਜਿਹੜੀ ਪੈਂਦੀ ਰਹਿੰਦੀ ਹੈ, ਤੁਸੀਂ ਇਸ ਤੋਂ ਸਿੱਖੋਗੇ ਕੁਝ ਨਵਾਂ। ਹੁਣ ਦੇਖੋ ਇਸ ਦੇ ਵਿੱਚ ਆਪਾਂ ਨੇ ਕਰਨਾ ਕੀ ਹੈ, ਥਰਡ ਜਿਹੜਾ ਆਪਣਾ ਪਾਰਟ ਹੈ ਇਸ ਦੇ ਵਿੱਚ ਦੇਖੋ ਕੰਪਲੀਟ ਦ ਸੈਂਟੈਂਸਸ, ਸਾਰੇ ਸੈਂਟੈਂਸ ਇਨਕੰਪਲੀਟ ਨੇ, ਔਰ ਐਂਡ ਤੇ ਆਪਾਂ ਨੂੰ ਹਰ ਇੱਕ ਸੈਂਟੈਂਸ ਦੇ ਐਂਡ ਤੇ ਆਪਾਂ ਨੂੰ ਐਡਜੈਕਟਿਵ ਹੈ ਜਿਹੜੇ ਉਹ ਦਿੱਤੇ ਗਏ ਨੇ। ਆਪਾਂ ਨੇ ਕੀ ਕਰਨਾ ਹੈ, ਸੈਂਟੈਂਸ ਕੰਪਲੀਟ ਕਰਨੇ ਨੇ ਯੂਜ਼ਿੰਗ ਦਾ ਸਟਰਕਚਰ ਇਨ ਸੈਕਸ਼ਨ ਸੀ। ਹੁਣ ਦੇਖੋ ਇਹਨਾਂ ਨੇ ਸਿਰਫ ਆਪਾਂ ਨੂੰ ਇਹ ਕਿਹਾ ਜਿਹੜੀ ਆਪਣੀ ਰੇਮੰਡ ਮਰਫੀ ਜਿਹੜੀ ਆਪਣੇ ਕੋਲ ਇੰਗਲਿਸ਼ ਗ੍ਰਾਮਰ ਹੈਗੀ ਆਪਣੀ ਕੈਂਬਰਿਜ, ਉਸ ਦੇ ਵਿੱਚ ਜਿਹੜੀ ਆਪਣੀ ਇਹ ਐਕਸਰਸਾਈਜ਼ ਦਿੱਤੀਆਂ ਗਈਆਂ ਨੇ ਇੱਕ ਸਾਈਡ ਤੇ, ਦੂਸਰੀ ਸਾਈਡ ਇਹਨਾਂ ਦਾ ਸੋਲਿਊਸ਼ਨ ਜਿਹੜਾ ਮਤਲਬ ਕਿ ਦੱਸਿਆ ਗਿਆ ਹੁੰਦਾ ਕਿ ਆਨਸਰ ਕਿਸ ਤਰ੍ਹਾਂ ਆਉਣਗੇ ਇਹਨਾਂ ਦੇ, ਮਤਲਬ ਕਿ ਆਪਾਂ ਨੂੰ ਸਮਝਾਇਆ ਗਿਆ ਹੁੰਦਾ ਜਿਸ ਪੇਜ ਤੇ, ਉਸ ਪੇਜ ਦੇ ਉੱਪਰ ਜਿਹੜਾ ਸੀ ਹੈ, ਸੀ ਨੰਬਰ ਹੈ ਜਿਹੜਾ ਪਾ ਕੇ ਇਹਨਾਂ ਨੇ ਸਮਝਾਇਆ ਹੋਇਆ ਹੈ, ਉਸ ਦੇ ਅਕੋਰਡਿੰਗ ਕਹਿੰਦੇ ਤੁਸੀਂ ਸਟਰਕਚਰ ਬਣਾਓ। ਬਟ ਮੈਂ ਤੁਹਾਨੂੰ ਦੱਸ ਦਿੰਦਾ ਸਟਰਕਚਰ ਇਹ ਸੀ ਦੇ ਵਿੱਚ ਇਹਨਾਂ ਨੇ ਕਿਸ ਤਰ੍ਹਾਂ ਦਿੱਤਾ ਹੈ। ਦੇਖੋ ਕਈ ਵਾਰ ਜਿਹੜੀਆਂ ਆਪਣੀਆਂ ਡਿਗਰੀਜ਼ ਨੇ, ਜਿਸ ਤਰ੍ਹਾਂ ਕਿ ਬੈਡ ਹੈ, ਬੈਡ ਦੀ ਡਿਗਰੀ ਦੇਖੋ ਵਰਸ ਹੋ ਜਾਂਦੀ ਹੈ, ਗੁੱਡ ਦੀ ਡਿਗਰੀ ਬੈਟਰ ਹੋ ਜਾਂਦੀ ਹੈ, ਬਿਊਟੀਫੁਲ ਦੀ ਮੋਰ ਬਿਊਟੀਫੁਲ ਹੋ ਜਾਂਦੀ ਹੈ। ਕੰਪੈरेटिव ਡਿਗਰੀ, ਕਈ ਵਾਰ ਆਪਾਂ ਕੰਪੈरेटिव ਜਿਹੜੀ ਆਪਣੀ ਡਿਗਰੀ ਹੁੰਦੀ ਹੈ ਉਸ ਨੂੰ ਦੋ ਵਾਰ ਬੋਲਦੇ ਹਾਂ ਐਂਡ ਲਗਾ ਕੇ, ਦੇਖੋ ਇਹਨਾਂ ਨੇ ਦਿੱਤਾ ਵੀ ਗਿਆ ਐਂਡ ਲਗਾ ਕੇ ਦੋ ਵਾਰ ਬੋਲਦੇ ਹਾਂ। ਕਿਸ ਤਰ੍ਹਾਂ, ਜਿਸ ਤਰ੍ਹਾਂ ਗੁੱਡ ਹੈ, ਗੁੱਡ ਦੀ ਆਪਣੀ ਕੰਪੈरेटिव ਡਿਗਰੀ ਹੋ ਗਈ ਗੁੱਡ ਦੀ ਬੈਟਰ, ਤਾਂ ਕਈ ਵਾਰ ਆਪਾਂ ਬੋਲਦੇ ਹਾਂ ਬੈਟਰ ਐਂਡ ਬੈਟਰ। ਜਾਂ ਫਿਰ ਮੰਨ ਲਓ ਓਲਡ ਹੈ, ਓਲਡ ਦੀ ਹੋ ਗਈ ਓਲਡਰ, ਤਾਂ ਉਸ ਨੂੰ ਦੋ ਵਾਰ ਬੋਲਦੇ ਹਾਂ ਓਲਡਰ ਐਂਡ ਓਲਡਰ, ਠੀਕ ਹੈ। ਇਸੇ ਤਰ੍ਹਾਂ ਮੰਨ ਲਓ ਈਜ਼ੀ ਹੈ, ਈਜ਼ੀਅਰ ਐਂਡ ਈਜ਼ੀਅਰ, ਹੈਵੀਅਰ ਐਂਡ ਹੈਵੀਅਰ, ਮਤਲਬ ਦੋ ਵਾਰ ਬੋਲਦੇ ਆ ਐਂਡ ਲਗਾ ਕੇ। ਬਟ ਜਿਹੜੀਆਂ ਆਪਾਂ ਨੂੰ ਐਡਜੈਕਟਿਵਸ ਇਹੋ ਜਿਹੇ ਨੇ ਜਿਨ੍ਹਾਂ ਦੇ ਨਾਲ ER ਨਹੀਂ ਲੱਗਦਾ, ਮੋਰ ਲੱਗਦਾ ਹੈ, ਉਹਨਾਂ ਨੂੰ ਵੀ ਆਪਾਂ ਦੋ ਵਾਰ ਬੋਲਦੇ ਹਾਂ। ਬਟ ਉਹਨਾਂ ਨੂੰ ਆਪਾਂ ਦੋ ਵਾਰ ਇਸ ਤਰ੍ਹਾਂ ਨਹੀਂ ਬੋਲਾਂਗੇ, ਜਿਸ ਤਰ੍ਹਾਂ ਬਿਊਟੀਫੁਲ ਹੈ ਤਾਂ ਮੋਰ ਬਿਊਟੀਫੁਲ ਹੈ, ਆਪਾਂ ਇਸ ਤਰ੍ਹਾਂ ਨਹੀਂ ਕਹਾਂਗੇ ਮੋਰ ਬਿਊਟੀਫੁਲ ਐਂਡ ਮੋਰ ਬਿਊਟੀਫੁਲ, ਨਹੀਂ, ਆਪਾਂ ਸਿਰਫ ਜਿਹੜਾ ਅਗਲਾ ਮੋਰ ਹੈ ਸਿਰਫ ਉਸ ਨੂੰ ਦੋ ਵਾਰ ਬੋਲਦੇ ਹਾਂ, ਮੋਰ ਐਂਡ ਮੋਰ ਬਿਊਟੀਫੁਲ, ਮੋਰ ਐਂਡ ਮੋਰ ਇੰਟਰਸਟਿੰਗ, ਮੋਰ ਐਂਡ ਮੋਰ ਐਕਸਪੈਂਸਿਵ। ਬਟ ਜਿਨ੍ਹਾਂ ਦੇ ਨਾਲ ER ਲੱਗਦਾ ਉਹਨਾਂ ਨੂੰ ਖੁਦ ਹੀ ਆਪਾਂ ਦੋ ਵਾਰ ਬੋਲਦੇ ਹਾਂ, ਬੈਟਰ ਐਂਡ ਬੈਟਰ, ਈਜ਼ੀਅਰ ਐਂਡ ਈਜ਼ੀਅਰ, ਇਸ ਤਰ੍ਹਾਂ। ਸੋ ਇਹਨਾਂ ਦੇ ਵਿੱਚ ਆਪਾਂ ਇਸੇ ਤਰ੍ਹਾਂ ਯੂਜ਼ ਕਰਨੇ ਨੇ। ਦੇਖੋ ਇਹਨਾਂ ਨੇ ਆਪਾਂ ਨੂੰ ਦੱਸਿਆ ਹੈ ਬੈਟਰ ਐਂਡ ਬੈਟਰ, ਮੋਰ ਐਂਡ ਮੋਰ ਐਕਸੈਟਰਾ, ਹੈ ਨਾ। ਹੁਣ ਆਪਾਂ ਇਹ ਯੂਜ਼ ਕਦੋਂ ਕਰਦੇ ਹਾਂ, ਆਪਾਂ ਯੂਜ਼ ਤਾਂ ਕਰ ਲਾਂਗੇ, ਵੈਰੀ ਈਜ਼ੀ ਹੈ, ਬਟ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਆਪਾਂ ਇਸ ਤਰ੍ਹਾਂ ਯੂਜ਼ ਕਰਦੇ ਕਦੋਂ ਆ। ਬੈਟਰ ਐਂਡ ਬੈਟਰ ਆਪਾਂ ਕਦੋਂ ਕਹਿੰਦੇ ਆ, ਸਿਰਫ ਬੈਟਰ ਵੀ ਕਹਿ ਸਕਦੇ ਹਾਂ, ਸਿਰਫ ਮੋਰ ਬਿਊਟੀਫੁਲ ਵੀ ਕਹਿ ਸਕਦੇ ਹਾਂ, ਮੋਰ ਐਂਡ ਮੋਰ ਬਿਊਟੀਫੁਲ ਕਦੋਂ ਕਹਿੰਦੇ ਆ, ਕਿਸ ਸਿਚੁਏਸ਼ਨ ਦੇ ਵਿੱਚ ਕਹਿੰਦੇ ਆ। ਦੇਖੋ ਇਹ ਦੱਸਿਆ ਵੀ ਰਿਪੀਟ ਕੰਪੈरेटिव्स, ਜਿਹੜੇ ਕੰਪੈरेटिव्स ਹੁੰਦੇ ਨੇ ਜਿਸ ਤਰ੍ਹਾਂ ਬੈਟਰ ਐਂਡ ਬੈਟਰ, ਹੈ ਨਾ, ਬੈਟਰ ਕੰਪੈरेटिव ਹੋ ਗਿਆ, ਬੈਟਰ ਐਂਡ ਬੈਟਿਵ, ਆਪੇ ਉਹਨਾਂ ਨੂੰ ਰਿਪੀਟ ਕਰਦੇ ਹਾਂ ਆਪਾਂ, ਮੋਰ ਐਂਡ ਮੋਰ ਬਿਊਟੀਫੁਲ ਉਹਨਾਂ ਨੂੰ ਰਿਪੀਟ ਕਰਦੇ ਹਾਂ। ਕਦੋਂ ਰਿਪੀਟ ਕਰਦੇ ਹਾਂ, ਟੂ ਸੇ, ਕੀ ਕਹਿਣ ਦੇ ਲਈ, ਦੈਟ ਸਮਥਿੰਗ ਚੇਂਜਸ ਕੰਟੀਨਿਊਸਲੀ, ਜਦੋਂ ਕੋਈ ਚੀਜ਼ ਕੰਟੀਨਿਊਸਲੀ ਚੇਂਜ ਹੁੰਦੀ ਜਾਂਦੀ ਹੈ ਉਦੋਂ ਆਪਾਂ ਡਬਲ ਜਿਹੜਾ ਆਪਣਾ ਰਿਪੀਟ ਹੈ, ਜਿਹੜਾ ਆਪਣਾ ਮਤਲਬ ਕੰਪੈरेटिव ਹੈ ਉਸ ਨੂੰ ਆਪਾਂ ਰਿਪੀਟ ਕਰਦੇ ਹਾਂ। ਕੰਟੀਨਿਊਸਲੀ ਕਿਸ ਤਰ੍ਹਾਂ ਚੇਂਜ ਹੁੰਦੀ ਜਾਂਦੀ ਹੈ, ਮੰਨ ਲਓ ਆਪਾਂ ਕੋਈ ਕੰਮ ਕਰ ਰਹੇ ਹਾਂ, ਹੈ ਨਾ,
ਆਪਣੇ ਲਈ ਕੰਮ ਉਹ ਇੰਟਰਸਟਿੰਗ ਬਣ ਗਿਆ, ਆਪਾਂ ਜਦੋਂ ਕਰਨ ਲੱਗੇ ਇੰਟਰਸਟਿੰਗ ਬਣ ਗਿਆ। ਕਈ ਵਾਰ ਆਪਾਂ ਦੇਖੋ ਪੰਜਾਬੀ ਦੇ ਵਿੱਚ ਇਹ ਕਹਿੰਦੇ ਆ ਕਿ ਜਦੋਂ ਮੈਂ ਇਹ ਕੰਮ ਕਰਨ ਲੱਗ ਜੰਨਾ, ਜਦੋਂ ਮੈਂ ਕਰੀ ਜਾਂਦਾ ਇਹ ਕੰਮ ਮੇਰੇ ਲਈ ਹੋਰ ਜ਼ਿਆਦਾ ਇੰਟਰਸਟਿੰਗ ਹੋਈ ਜਾਂਦਾ, ਤਾਂ ਉੱਥੇ ਆਪਾਂ ਬੋਲਾਂਗੇ ਮੋਰ ਐਂਡ ਮੋਰ ਇੰਟਰਸਟਿੰਗ ਹੋਈ ਜਾਂਦਾ। ਜਿਸ ਤਰ੍ਹਾਂ ਮੰਨ ਲਓ ਆਪਾਂ ਮੋਬਾਈਲ ਦੇ ਉੱਪਰ ਰੀਲਸ ਨੇ ਜਿਹੜੀਆਂ ਦੇਖਣਾ ਸਟਾਰਟ ਕਰ ਦਿੰਦੇ ਹਾਂ, ਜਦੋਂ ਆਪਾਂ ਰੀਲਸ ਦੇਖੀ ਜਾਂਦੇ ਹਾਂ ਅੱਗੇ ਅੱਗੇ ਆਈ ਜਾਂਦੀਆਂ ਨੇ ਆਪਣੇ ਲਈ ਹੋਰ ਇੰਟਰਸਟਿੰਗ, ਹੈ ਨਾ, ਅੱਗੇ ਹੋਰ ਇੰਟਰਸਟਿੰਗ ਕੰਟੀਨਿਊਸ, ਮਤਲਬ ਕਿ ਕੰਟੀਨਿਊਸਲੀ ਆਪਣੇ ਲਈ ਅੱਗੇ ਹੋਰ ਇੰਟਰਸਟਿੰਗ ਹੋਈ ਜਾਂਦਾ ਕੰਮ ਉਹ, ਤਾਂ ਉੱਥੇ ਕਹਾਂਗੇ ਮੋਰ ਐਂਡ ਮੋਰ ਇੰਟਰਸਟਿੰਗ। ਜਾਂ ਮੰਨ ਲਓ ਕੋਈ ਆਪਾਂ ਕੰਮ ਕਰ ਰਹੇ ਹਾਂ, ਜਦੋਂ ਆਪਾਂ ਕੰਮ ਕਰਦੇ ਹੁੰਦੇ ਹਾਂ, ਜਦੋਂ ਆਪਣਾ ਐਕਸਪੀਰੀਅੰਸ ਵਧੀ ਜਾਂਦਾ ਉਹ ਆਪਣਾ ਜਿਹੜਾ ਕੰਮ ਕਰਨ ਦਾ ਤਰੀਕਾ ਉਹ ਵਧੀਆ ਵਧੀਆ ਅੱਗੇ ਕੰਟੀਨਿਊਸਲੀ ਵਧੀਆ ਚੱਲਦਾ ਹੋਈ ਜਾਂਦਾ, ਤਾਂ ਉਹ ਬੈਟਰ ਐਂਡ ਬੈਟਰ, ਉੱਥੇ ਆਪਾਂ ਬੈਟਰ ਐਂਡ ਬੈਟਰ ਕਹਾਂਗੇ, ਠੀਕ ਹੈ ਨਾ। ਜਾਂ ਕੋਈ ਆਪਣੇ ਲਈ ਹੱਥ ਦੇ ਵਿੱਚ ਆਪਣੇ ਲਈ ਕੋਈ ਥੈਲਾ ਹੈ, ਉਹਦੇ ਵਿੱਚ ਆਪਾਂ ਮੰਨ ਲਓ ਕੋਈ ਵਜਨ ਵਾਲੀਆਂ ਚੀਜ਼ਾਂ ਸੁੱਟੀ ਜਾਂਦੇ ਹਾਂ, ਤਾਂ ਉਹ ਹੋਰ ਜ਼ਿਆਦਾ ਕੰਟੀਨਿਊਸਲੀ ਭਾਰੀ ਹੋਈ ਜਾਂਦਾ, ਤਾਂ ਉਸ ਨੂੰ ਆਪਾਂ ਹੈਵੀਅਰ ਐਂਡ ਹੈਵੀਅਰ ਇਸ ਤਰ੍ਹਾਂ ਬੋਲਾਂਗੇ। ਆਈ ਹੋਪ ਕਿ ਤੁਹਾਨੂੰ ਸਮਝ ਆ ਗਈ ਹੋਵੇਗੀ। ਇਹਨਾਂ ਸਾਰਿਆਂ ਦੇ ਵਿੱਚ ਬਸ ਤੁਸੀਂ ਨੇ ਉਸੇ ਤਰ੍ਹਾਂ ਯੂਜ਼ ਕਰਨਾ ਕੰਟੀਨਿਊਸ, ਇਹਨਾਂ ਸਾਰਿਆਂ ਦੇ ਵਿੱਚ ਜਿਹੜੇ ਚੇਂਜਸ ਨੇ ਉਹ ਹੋ ਰਹੇ ਨੇ ਸਾਰੇ ਸੈਂਟੈਂਸਸ ਦੇ ਵਿੱਚ। ਬਾਕੀ ਆਪਾਂ ਪੜਾਂਗੇ। ਦੇਖੋ ਪਹਿਲਾ ਇਟ ਇਜ਼ ਗੈਟਿੰਗ, ਇਹ ਕੀ ਹੈ ਡਿਫੀਕਲਟ, ਇੱਥੇ ਆਪਾਂ ਐਜ਼ ਇਟ ਇਹਨੂੰ ਲਿਖ ਕੇ ਆਪਾਂ ਐਜ਼ ਇਟ ਇਹਨੂੰ ਬੋਲਾਂਗੇ ਕਿ ਨਾ ਸਾਰਾ ਪੜਾਂਗੇ। ਦੇਖੋ ਇਟ ਇਜ਼ ਗੈਟਿੰਗ ਡਿਫੀਕਲਟ ਟੂ ਫਾਈਂਡ ਅ ਜੋਬ, ਮਤਲਬ ਕਿ ਇਹ ਕਹਿ ਰਿਹਾ ਕਿ ਜੋਬ ਲੱਭਣਾ ਮੇਰੇ ਲਈ, ਠੀਕ ਹੈ, ਕੰਟੀਨਿਊਸਲੀ ਮਤਲਬ ਮੁਸ਼ਕਿਲ ਤੋਂ ਮੁਸ਼ਕਿਲ ਅੱਗੇ ਹੁੰਦਾ ਜਾ ਰਿਹਾ ਹੈ, ਠੀਕ ਹੈ। ਤਾਂ ਇੱਥੇ ਆਪਾਂ ਕਹਾਂਗੇ ਦੋ ਵਾਰ, ਹੁਣ ਡਿਫੀਕਲਟ ਹੈ, ਡਿਫੀਕਲਟਰ ਤਾਂ ਨਹੀਂ ਆਊਗਾ, ਤਾਂ ਮੋਰ ਡਿਫੀਕਲਟ ਹੁੰਦਾ, ਤਾਂ ਆਪਾਂ ਕਹਾਂਗੇ ਇਟ ਇਜ਼ ਗੈਟਿੰਗ ਮੋਰ ਐਂਡ ਮੋਰ ਡਿਫੀਕਲਟ to find a job। ਅਗਲਾ that hole in your sweater, hole ਹੁੰਦਾ ਮਤਲਬ ਮੋਰੀ ਹੋ ਜਾਣੀ, ਸਵੈਟਰ ਆਪਣੇ ਸਵੈਟਰ ਦੇ ਵਿੱਚ, is getting big ਹੁੰਦਾ ਵੱਡਾ। ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਤੁਹਾਡੇ ਸਵੈਟਰ ਦੇ ਵਿੱਚ ਜੋ ਮਤਲਬ ਕਿ ਹੋਲ ਹੋ ਰਿਹਾ ਹੈ, ਪਾਟ ਰਿਹਾ ਹੈ ਸਵੈਟਰ, ਉਹ ਜਿਹੜਾ ਹੋਲ ਆ ਵੱਡੇ ਤੋਂ ਵੱਡਾ ਹੁੰਦਾ ਜਾ ਰਿਹਾ ਹੈ ਕੰਟੀਨਿਊਸਲੀ, ਹੈ ਨਾ। ਤਾਂ ਇੱਥੇ ਆਪਾਂ ਕਹਾਂਗੇ, ਕਿਉਂਕਿ ਦੇਖੋ ਓਬਵੀਅਸ ਆਪਣੇ ਸਵੈਟਰ ਦੇ ਵਿੱਚ ਕੋਈ ਮੋਰਾ ਹੋ ਜੇ ਤਾਂ ਉਹ ਮਤਲਬ ਕਿ ਘਟਦਾ ਤਾਂ ਹੈ ਨਹੀਂ, ਵਧੇਗਾ ਹੀ, ਹੈ ਨਾ, ਘਟਦਾ ਤਾਂ ਹੈ ਨਹੀਂ, ਵਧੇਗਾ। ਤਾਂ ਆਪਾਂ ਇੱਥੇ ਬਿਗ ਹੈ, ਤਾਂ ਬਿਗ ਦਾ ਹੁੰਦਾ ਬਿਗਰ, ਤਾਂ ਬਿਗਰ ਨੂੰ ਹੀ ਆਪਾਂ ਦੋ ਵਾਰ ਲਿਖ ਸਕਦੇ ਹਾਂ। ਆਪਾਂ ਕਹਿ ਸਕਦੇ ਹਾਂ ਬਿਗਰ ਐਂਡ ਬਿਗਰ, ਇਸ ਤਰ੍ਹਾਂ ਦੇਖੋ that hole in your sweater is getting bigger and bigger, ਕੰਟੀਨਿਊਸ ਕੰਮ ਹੋ ਰਿਹਾ ਸੀਗਾ। ਥਰਡ ਦੇਖੋ my bags seemed to get, ਕਹਿੰਦਾ ਮੈਨੂੰ ਜਿਹੜੇ ਬੈਗ ਨੇ ਇਸ ਤਰ੍ਹਾਂ ਲੱਗ ਰਹੇ ਨੇ ਮੈਨੂੰ as I carried them, ਮਤਲਬ ਹੈਵੀ as I carried them, ਜਦੋਂ ਮੈਂ ਉਹਨਾਂ ਨੂੰ ਚੁੱਕਦਾ ਮੈਨੂੰ ਐਵੇਂ ਲੱਗਦੇ ਨੇ ਕਿ ਮੇਰੇ ਜਿਹੜੇ ਬੈਗਸ ਨੇ ਲਗਾਤਾਰ ਭਾਰੀ ਹੁੰਦੇ ਜਾ ਰਹੇ ਨੇ। ਤਾਂ ਹੈਵੀ ਹੈ, ਤਾਂ ਹੈਵੀ ਨੂੰ ਆਪਾਂ ਹੈਵੀਅਰ ਲਿਖਦੇ ਹਾਂ, ਹੈਵੀਅਰ, ਤਾਂ ਇਸ ਨੂੰ ਹੈਵੀਅਰ ਐਂਡ ਹੈਵੀਅਰ ਇਸ ਤਰ੍ਹਾਂ ਬੋਲਾਂਗੇ। ਜਦੋਂ ਮੈਂ ਚੁੱਕਦਾ ਹੋਰ ਜ਼ਿਆਦਾ ਭਾਰੀ ਕੰਟੀਨਿਊਸਲੀ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਭਾਰੀ ਹੁੰਦੇ ਜਾ ਰਹੇ ਨੇ। ਫੋਰਥ ਦੇਖੋ ਐਜ਼ ਆਈ ਵੇਟਡ ਫॉर ਮਾਈ ਇੰਟਰਵਿਊ, ਜਦੋਂ ਮੈਂ ਆਪਣੀ ਇੰਟਰਵਿਊ ਦੇ ਲਈ ਮੈਂ ਵੇਟ ਕਰ ਰਿਹਾ ਸੀ, ਹੈ ਨਾ, ਆਈ ਬਿਕੇਮ ਨਰਵਸ, ਮਤਲਬ ਕਿ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਮੈਂ ਲਗਾਤਾਰ ਨਰਵਸ ਹੁੰਦਾ ਜਾ ਰਿਹਾ ਸੀ, ਹੈ ਨਾ। ਸਿਚੁਏਸ਼ਨ ਜਿਹੜੀ ਕੀ ਚੇਂਜ ਹੁੰਦੀ ਜਾ ਰਹੀ ਸੀ, ਜਦੋਂ ਮੈਂ ਵੇਟ ਕਰ ਰਿਹਾ ਸੀ ਮੈਂ ਹੋਰ ਨਰਵਸ ਹੋਈ ਜਾ ਰਿਹਾ ਸੀ, ਨਰਵਸ ਕੰਟੀਨਿਊਸਲੀ ਨਰਵਸ ਹੋਈ ਜਾ ਰਿਹਾ ਸੀ। ਤੇ ਇਹ ਜਗ੍ਹਾ ਆਈ ਬਿਕੇਮ, ਹੁਣ ਨਰਵਸ ਦੇ ਨਾਲ ER ਨਹੀਂ ਲੱਗੇਗਾ, ਇਸ ਲਈ ਇੱਥੇ ਮੋਰ ਦਾ ਯੂਜ਼ ਕਰਾਂਗੇ, ਮੋਰ ਐਂਡ ਮੋਰ ਨਰਵਸ ਹੁੰਦਾ ਜਾ ਰਿਹਾ ਸੀ। ਪੰਜਵਾਂ ਐਜ਼ ਦਾ ਡੇ ਵੈਂਟ ਔਨ, ਜਿਸ ਤਰ੍ਹਾਂ ਦਿਨ ਬੀਤਦਾ ਜਾ ਰਿਹਾ ਸੀ, ਦ ਵੈਦਰ ਗॉट ਬੈਡ, ਮਤਲਬ ਕਿ ਜਿਹੜਾ ਵੈਦਰ ਹੈ, ਮੌਸਮ ਹੈ, ਉਹ ਹੋਰ ਜ਼ਿਆਦਾ ਕੰਟੀਨਿਊਸਲੀ ਖਰਾਬ ਹੋ ਰਿਹਾ ਸੀਗਾ। ਤਾਂ ਕਰਕੇ ਆਪਾਂ ਕਹਾਂਗੇ ਦ ਵੈਦਰ ਗॉट ਬੈਡ ਦੀ ਜਿਹੜੀ ਆਪਣੀ ਹੁੰਦੀ ਹੈ ਕੰਪੈरेटिव ਫਾਰਮ, ਉਹ ਹੁੰਦੀ ਹੈ ਵਰਸ, ਤਾਂ ਇਸ ਨੂੰ ਵਰਸ ਐਂਡ ਵਰਸ ਇਸ ਤਰ੍ਹਾਂ ਆਪਾਂ ਲਿਖ ਸਕਦੇ ਹਾਂ। ਛੇਵਾਂ ਹੈਲਥ ਕੇਅਰ ਇਜ਼ ਬਿਕਮਿੰਗ ਐਕਸਪੈਂਸਿਵ, ਜਿਹੜੀ ਹੈਲਥ ਕੇਅਰ ਹੈ ਉਹ ਲਗਾਤਾਰ ਕੀ ਹੁੰਦੀ ਜਾ ਰਹੀ ਹੈ, ਕੰਟੀਨਿਊਸਲੀ ਐਕਸਪੈਂਸਿਵ, ਮਹਿੰਗੀ ਹੁੰਦੀ ਜਾ ਰਹੀ ਹੈ। ਐਕਸਪੈਂਸਿਵ ਦੇ ਨਾਲ ਆਏਗਾ ਮੋਰ, ਤਾਂ ਆਪਾਂ ਕਹਾਂਗੇ ਮੋਰ ਐਂਡ ਮੋਰ ਐਕਸਪੈਂਸਿਵ, ਜ਼ਿਆਦਾ ਮਹਿੰਗੀ ਹੁੰਦੀ ਜਾ ਰਹੀ ਹੈ। ਸੱਤਵਾਂ ਸਿੰਸ ਐਨਾ ਵੈਂਟ ਟੂ ਕੈਨੇਡਾ, ਜਦੋਂ ਤੋਂ ਐਨਾ ਕੈਨੇਡਾ ਗਈ ਹੈ, ਹਰ ਇੰਗਲਿਸ਼ ਹੈਜ਼ ਗॉट ਗੁੱਡ, ਉਸ ਦੀ ਜਿਹੜੀ ਇੰਗਲਿਸ਼ ਹੈ ਉਹ ਲਗਾਤਾਰ ਵਧੀਆ ਹੁੰਦੀ ਜਾ ਰਹੀ ਹੈ ਜਦੋਂ ਤੋਂ ਕੈਨੇਡਾ ਗਈ ਹੈ। ਹਰ ਇੰਗਲਿਸ਼ ਹੈਜ਼ ਗॉट ਗੁੱਡ ਦੀ ਹੈਗੀ ਆਪਣੇ ਕੋਲ ਬੈਟਰ, ਤਾਂ ਆਪਾਂ ਕਹਾਂਗੇ ਬੈਟਰ ਐਂਡ
ਬੈਟਰ, ਉਸ ਦੀ ਇੰਗਲਿਸ਼ ਹੋਰ ਵਧੀਆ ਹੋਈ ਜਾ ਰਹੀ ਹੈ, ਬੈਟਰ ਹੋਈ ਜਾ ਰਹੀ ਹੈ। 8ਵਾਂ, ਐਜ਼ ਦ ਕਨਵਰਸੇਸ਼ਨ ਵੈਂਟ ਔਨ, ਮਤਲਬ ਜਦੋਂ ਕਨਵਰਸੇਸ਼ਨ ਵੈਂਟ ਔਨ ਚੱਲਦੀ ਜਾਂਦੀ ਹੈ ਕਨਵਰਸੇਸ਼ਨ, ਪੌਲ ਬਿਕਮ ਟਾਕਟਿਵ। ਕਹਿਣ ਦਾ ਮਤਲਬ ਕਿ ਜਿਹੜਾ ਪੌਲ ਹੈ ਜਦੋਂ ਕਨਵਰਸੇਸ਼ਨ ਅੱਗੇ ਚੱਲਦੀ ਜਾਂਦੀ ਹੈ, ਪੌਲ ਕੰਟੀਨਿਊਸਲੀ ਹੋਰ ਜ਼ਿਆਦਾ ਟਾਕਟਿਵ ਹੁੰਦਾ ਜਾਂਦਾ ਹੈ, ਮਤਲਬ ਕਿ ਪੌਲ ਜ਼ਿਆਦਾ ਬੋਲੀ ਜਾਂਦਾ ਹੈ। ਹੁਣ ਟਾਕਟਿਵ, ਟਾਕਟਿਵ ਤੋਂ ਅੱਗੇ ਆਏਗਾ ਮੋਰ, ਮੋਰ ਐਂਡ ਮੋਰ ਟਾਕਟਿਵ। ਤਾਂ ਇਸ ਤਰ੍ਹਾਂ ਆਪਾਂ ਜਿਹੜੀ ਕੰਪੈरेटिव ਡਿਗਰੀ ਹੈ ਉਸ ਨੂੰ ਮਤਲਬ ਕਿ ਡਬਲ ਵਾਰ ਲਿਖਾਂਗੇ, ਰਿਪੀਟ ਕਰਕੇ ਲਿਖਾਂਗੇ ਇਸ ਦੇ ਵਿੱਚ, ਬਿਲਕੁਲ ਈਜ਼ੀ ਹੈ, ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ। ਸੋ ਇਹ ਸੀ ਆਪਣੀ ਇਸ ਯੂਨਿਟ ਦੀ ਆਪਣੀ ਐਕਸਰਸਾਈਜ਼ ਨੰਬਰ 3rd। ਐਂਡ ਹੁਣ ਆਪਣੀ ਇਸ ਯੂਨਿਟ ਦਾ ਲਾਸਟ ਪਾਰਟ ਹੈ ਜਿਹੜਾ ਉਹ ਆਪਾਂ ਕਰਾਂਗੇ 4th। 5th ਪਾਰਟ ਆਪਾਂ ਨੇ ਨਹੀਂ ਕਰਨਾ, ਸਿਰਫ ਆਪਾਂ ਪਹਿਲੇ 4 ਹੀ ਕਰਾਂਗੇ। ਜਿਹੜਾ 4th ਪਾਰਟ ਹੈ ਥੋੜਾ ਜਿਹਾ ਕੰਪਲੀਕੇਟਡ ਹੈ, ਪਹਿਲਾਂ ਤੋਂ ਹੀ ਆਨਸਰ ਲਿਖ ਦਿੱਤੇ ਗਏ ਨੇ, ਬਟ ਮੈਂ ਤੁਹਾਨੂੰ ਸਮਝਾਊਂਗਾ ਚੰਗੀ ਤਰ੍ਹਾਂ, ਕਿਉਂਕਿ ਆਰਾਮ ਨਾਲ ਸਮਝਾਉਣ ਵਾਲੇ ਜੇਕਰ ਆਪਾਂ ਨਾਲ ਹੁੰਦੇ ਲਿਖਣ ਵੀ ਲੱਗ ਗਏ ਤਾਂ ਟਾਈਮ ਬਹੁਤ ਜ਼ਿਆਦਾ ਲੱਗੂਗਾ, ਕਿਉਂਕਿ ਨਾਲ ਹੁੰਦੇ ਮੈਂ ਤੁਹਾਨੂੰ ਸਮਝਾਉਣਾ ਵੀ ਹੈ, ਇਸ ਲਈ ਆਪਾਂ ਪਹਿਲਾਂ ਤੋਂ ਆਨਸਰ ਦਿੱਤੇ ਨੇ, ਬਟ ਮੈਂ ਤੁਹਾਨੂੰ ਸਮਝਾਊਂਗਾ ਚੰਗੀ ਤਰ੍ਹਾਂ ਜਦੋਂ ਆਪਾਂ ਕੱਲਾ ਕੱਲਾ ਸੈਂਟੈਂਸ ਹੈ ਜਿਹੜਾ ਉਹ ਪੜ੍ਹ ਕੇ ਕਰਾਂਗੇ। ਇਸ ਦੇ ਵਿੱਚ ਦੇਖੋ ਕਰਨਾ ਕੀ ਹੈ 4th ਦੇ ਵਿੱਚ, ਕੰਪਲੀਟ ਦਾ ਸੈਂਟੈਂਸਸ ਯੂਜ਼ਿੰਗ ਦਾ ਸਟਰਕਚਰ ਇਨ ਸੈਕਸ਼ਨ ਡੀ। ਆਪਾਂ ਨੂੰ ਉਸੇ ਤਰ੍ਹਾਂ ਜਿਹੜਾ ਉਸ ਦੇ ਉਧਰਲੀ ਸਾਈਡ ਲੈਫਟ ਸਾਈਡ ਆਪਾਂ ਨੂੰ ਡੀ ਸੈਕਸ਼ਨ ਦਿੱਤਾ ਹੋਇਆ ਹੈ, ਉਸ ਦੇ ਮੁਤਾਬਕ ਆਪਾਂ ਸਟਰਕਚਰ ਬਣਾਉਣਾ ਹੈ। ਔਰ ਉਹ ਸਟਰਕਚਰ ਕਿਹੜਾ ਹੈ, ਦ, ਫਿਰ ਇਹ ਡੈਸ਼ ਇੱਥੇ ਮੰਨ ਲਓ ਕੁਝ ਹੋਰ ਆ ਗਿਆ, ਫਿਰ ਦ, ਫਿਰ ਇੱਥੇ ਕੁਝ ਹੋਰ ਆ ਗਿਆ, ਠੀਕ ਹੈ। ਹੁਣ ਉਹ ਸਟਰਕਚਰ ਕਿਸ ਤਰ੍ਹਾਂ ਬਣਦਾ ਹੈ, ਜਿਸ ਤਰ੍ਹਾਂ ਦੇਖੋ ਇਹ ਆਪਾਂ ਨੂੰ ਪਹਿਲਾਂ ਡੀ ਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਆਪਾਂ ਨੂੰ ਸਮਝਾਇਆ, ਪਹਿਲਾਂ ਇਹ ਦੇਖ ਲਓ, ਉਸ ਤੋਂ ਬਾਅਦ ਮੈਂ ਤੁਹਾਨੂੰ ਇਹ 'ਤੇ ਵੀ ਇੰਨੀ ਗੌਰ ਕਰਨ ਦੀ ਜ਼ਰੂਰਤ ਨਹੀਂ, ਤੁਹਾਨੂੰ ਮੈਂ ਸਟਰਕਚਰ ਹੀ ਦੱਸੂਗਾ ਕਿਸ ਤਰ੍ਹਾਂ ਬਣਾਉਣਾ ਹੈ। ਦੇਖੋ ਪਹਿਲਾਂ ਉਹਨਾਂ ਨੇ ਇਹ ਦੱਸਿਆ ਹੈ ਯੂ ਕੈਨ ਸੇ ਦ ਸੂਨਰ, ਮਤਲਬ ਕਿ ਦ ਦੇ ਨਾਲ ਪਹਿਲਾਂ ਤਾਂ ਦ ਸੂਨਰ, ਦ ਬਿਗਰ, ਦ ਮੋਰ ਐਕਸੈਟਰਾ ਇਹੋ ਜਿਹਾ ਕੁਛ ਆ ਸਕਦਾ ਹੈ। ਉਸ ਤੋਂ ਬਾਅਦ ਦ ਬੈਟਰ, ਮਤਲਬ ਕਿ ਪਹਿਲਾ ਸਟਰਕਚਰ ਬਣੂਗਾ ਦ ਦੇ ਨਾਲ ਸੂਨਰ, ਬਿਗਰ, ਮੋਰ ਹੋਰ ਕੁਛ ਵੀ ਲਾ ਕੇ ਉਸ ਤੋਂ ਬਾਅਦ ਦ ਬੈਟਰ, ਇਸ ਤਰ੍ਹਾਂ ਬਣ ਜਾਏਗਾ, ਹੈ ਨਾ। ਜਿਸ ਤਰ੍ਹਾਂ ਕਿ ਦੇਖੋ ਐਗਜ਼ਾਮਪਲ ਹੈ ਵਟ ਟਾਈਮ ਸ਼ੈਲ ਵੀ ਲੀਵ, ਤਾਂ ਇਹ ਕਹਿ ਰਿਹਾ ਹੈ, ਇਹ ਕਹਿੰਦਾ ਵੀ ਵਟ ਟਾਈਮ ਸ਼ੈਲ ਵੀ ਲੀਵ, ਅਸੀਂ ਕਿੰਨੇ ਵਜੇ ਮਤਲਬ ਚੱਲਾਂਗੇ। ਦੇਖੋ ਦ ਸੂਨਰ ਦ ਬੈਟਰ, ਇਹ ਕਹਿ ਰਿਹਾ ਹੈ ਦ ਸੂਨਰ ਦ ਬੈਟਰ, ਇਸ ਦਾ ਮਤਲਬ ਕੀ ਹੋ ਗਿਆ, ਐਜ਼ ਸੂਨ ਐਜ਼ ਪੋਸੀਬਲ। ਦ ਸੂਨਰ ਦ ਬੈਟਰ ਵੀ ਜਿੰਨਾ ਜਲਦੀ ਚੱਲਾਂਗੇ, ਠੀਕ ਹੈ, ਜਿੰਨਾ ਜਲਦੀ ਪੋਸੀਬਲ ਹੋ ਸਕੇ, ਦ ਬੈਟਰ ਓਨਾ ਹੀ ਚੰਗਾ, ਐਜ਼ ਸੂਨ ਐਜ਼ ਪੋਸੀਬਲ, ਜਿੰਨਾ ਪੋਸੀਬਲ ਹੈ ਓਨਾ ਜਲਦੀ ਨਿਕਲੋ। ਇੱਕ ਤਾਂ ਇਹ ਸਟਰਕਚਰ ਹੋ ਗਿਆ, ਠੀਕ ਹੈ। ਦੂਸਰਾ ਦੇਖੋ, ਦੂਸਰੇ ਦੇ ਵਿੱਚ ਵੀ ਆਲਸੋ ਯੂਜ਼ ਦ, ਸੇਮ ਇਹੀ ਸਟਰਕਚਰ ਆਪਾਂ ਯੂਜ਼ ਕਰਦੇ ਹਾਂ, ਕਾਦੇ ਲਈ, ਟੂ ਸੇ ਦੈਟ, ਇਹ ਗੱਲ ਕਹਿਣ ਦੇ ਲਈ, that one thing depends on another thing, ਕਿ ਇੱਕ ਚੀਜ਼ ਕਿਸੇ ਦੂਸਰੀ ਚੀਜ਼ ਦੇ ਉੱਪਰ ਡਿਪੈਂਡ ਹੈ। ਜਦੋਂ ਆਪਾਂ ਇਹ ਗੱਲ ਕਹਿਣੀ ਹੋਵੇ ਕਿਸ ਤਰ੍ਹਾਂ, ਦੇਖੋ the weather, the warmer the weather, ਦ ਵਾਰਮਰ ਦਾ ਵੈਦਰ ਮਤਲਬ ਕਿ ਗਰਮ ਮੌਸਮ ਹੋ ਗਿਆ, ਹੈ ਨਾ, ਠੀਕ ਹੈ। ਵੈਦਰ ਹੈ ਜਿਹੜਾ ਗਰਮ ਵੈਦਰ, ਇਹ ਦੇਖੋ ਦ ਵਾਰਮਰ ਦ ਵੈਦਰ, ਜਿਹੜਾ ਵੈਦਰ ਹੈ ਜਦੋਂ ਗਰਮ ਹੁੰਦਾ ਹੈ, ਦ ਬੈਟਰ ਆਈ ਫੀਲ, ਉਸ ਦੇ ਵਿੱਚ ਮੈਂ ਬੈਟਰ ਫੀਲ ਕਰਦਾ। ਮਤਲਬ ਕਿ ਦੇਖੋ ਇਫ ਦ ਵੈਦਰ ਇਜ਼ ਵਾਰਮਰ, ਜੇਕਰ ਵੈਦਰ ਵਾਰਮਰ ਹੋਏਗਾ, ਥੋੜਾ ਨਿੱਘਾ ਹੋਏਗਾ, ਆਈ ਫੀਲ ਬੈਟਰ, ਤਾਂ ਮੈਂ ਬੈਟਰ ਫੀਲ ਕਰੂੰਗਾ। ਮਤਲਬ ਕਿ ਇੱਕ ਚੀਜ਼ ਕਿਸੇ ਦੂਸਰੀ ਚੀਜ਼ ਉੱਪਰ ਡਿਪੈਂਡ ਹੈ। ਕਿਸ ਤਰ੍ਹਾਂ ਡਿਪੈਂਡ ਹੈ, ਕਹਿੰਦਾ ਮੈਂ ਫੀਲ ਵਧੀਆ ਫੇਰ ਕਰੂੰਗਾ ਜੇਕਰ ਵੈਦਰ ਵਾਰਮਰ ਹੋਏਗਾ, ਮਤਲਬ ਜੇਕਰ ਵੈਦਰ ਨਿੱਘਾ ਹੋਏਗਾ ਤਾਂ ਮੈਂ ਵਧੀਆ ਫੀਲ ਕਰੂੰਗਾ। ਇੱਕ ਚੀਜ਼ ਦੇ ਉੱਪਰ ਦੂਸਰੀ ਚੀਜ਼ ਡਿਪੈਂਡ ਹੈ। ਇੱਕ ਤਾਂ ਇਹ ਹੋ ਗਿਆ ਸਮਝਣ ਵਾਲੀ ਗੱਲ ਜੋ ਇਹਨਾਂ ਨੇ ਰੂਲਸ ਦੱਸੇ ਨੇ। ਹੁਣ ਦੂਸਰਾ, ਜੇਕਰ ਇਸ ਤਰ੍ਹਾਂ ਜ਼ਿਆਦਾ ਸਮਝ ਨਹੀਂ ਆਉਂਦਾ, ਸਟਰਕਚਰ ਯਾਦ ਰੱਖਿਓ, ਜਿਹੜੇ ਬਲੈਂਕਸ ਨੇ, ਇਹਨਾਂ ਬਲੈਂਕਸ ਦੇ ਵਿੱਚ ਜੋ ਆਪਾਂ ਸਟਰਕਚਰ ਬਣਾਵਾਂਗੇ, ਲਿਖਾਂਗੇ, ਉਹ ਸਟਰਕਚਰ ਸਾਰਿਆਂ ਦੇ ਵਿੱਚ ਸਿਰਫ ਇਹ ਹੋਊਗਾ, ਪਹਿਲਾਂ ਦ ਦਾ ਯੂਜ਼ ਕਰਾਂਗੇ ਆਪਾਂ ਬਲੈਂਕ ਦੇ ਵਿੱਚ, ਪਹਿਲਾਂ ਦ ਦਾ, ਫਿਰ ਉਸ ਤੋਂ ਬਾਅਦ ਕੰਪੈਰੇਟਿਵ ਫਾਰਮ ਯੂਜ਼ ਕਰਾਂਗੇ ਆਪਾਂ। ਟੁਕਮੀ, ਜੇ ਤਾਂ ਆਪਾਂ ਨੂੰ ਦੇਖੋ ਹਰ ਇੱਕ ਸੈਂਟੈਂਸ ਦੇ ਪਿੱਛੇ ਜੇਕਰ ਤੁਸੀਂ ਐਂਡ ਤੇ ਦੇਖੋ ਬ੍ਰੈਕਟ ਦੇ ਵਿੱਚ ਆਪਾਂ ਨੂੰ ਇਹਨਾਂ ਨੇ ਵਰਡਸ ਦਿੱਤੇ ਨੇ, ਹੈ ਨਾ। ਜੇਕਰ ਬ੍ਰੈਕਟ ਦੇ ਵਿੱਚੋਂ ਦਿੱਤਾ ਗਿਆ ਸ਼ਬਦ ਪਹਿਲਾਂ ਤੋਂ ਹੀ ਐਡਜੈਕਟਿਵ ਹੈ, ਮਤਲਬ ਕਿ ਉਸ ਦੀ ਆਪਾਂ ਕੰਪੈਰੇਟਿਵ ਫਾਰਮ ਬਣਾ ਸਕਦੇ ਹਾਂ, ਫਿਰ ਤਾਂ ਆਪਾਂ ਉਸੇ ਦੀ ਕੰਪੈਰੇਟਿਵ ਫਾਰਮ ਬਣਾਵਾਂਗੇ। ਜੇਕਰ ਉਹ ਬ੍ਰੈਕਟ ਦੇ ਵਿੱਚ ਦਿੱਤਾ ਗਿਆ ਸ਼ਬਦ ਐਡਜੈਕਟਿਵ ਨਹੀਂ ਹੈਗਾ, ਵਰਬ ਹੈ, ਕਿਉਂਕਿ ਵਰਬ ਦੀ ਤਾਂ ਕੰਪੈਰੇਟਿਵ ਫਾਰਮ ਹੁੰਦੀ ਨਹੀਂ, ਵਰਬ ਦੀ ਤਾਂ ਵਰਬ ਹੁੰਦੀ ਹੈ, ਜਿਵੇਂ ਫੀਲ, ਫੈਲਟ, ਫੈਲਟ, ਲਾਈਕ, ਲਾਈਕਡ, ਲਾਈਕਡ, ਹੈ ਨਾ, ਉਹਨਾਂ ਦੀ ਕੰਪੈਰੇਟਿਵ ਫਾਰਮ, ਬੇਸ ਫਾਰਮ, ਕੰਪੈਰੇਟਿਵ, ਸੁਪਰਲੇਟਿਵ ਤਾਂ ਹੁੰਦੀ ਨਹੀਂ। ਤਾਂ ਫਿਰ ਆਪਾਂ ਜਿਹੜੀ ਕੰਪੈਰੇਟਿਵ ਫਾਰਮ ਹੈ ਉਹ ਆਪਣੇ ਕੋਲੋਂ ਲਗਾਉਣੀ ਹੈ ਟੁਕਮੀ, ਸੈਂਟੈਂਸ ਦੀ ਸੈਂਸ ਸਮਝ ਕੇ। ਮੈਂ ਦੁਬਾਰਾ ਰਿਪੀਟ ਕਰ ਰਿਹਾ, ਦੁਬਾਰਾ ਸਮਝੋ। ਆਪਾਂ ਨੇ ਸਟਰਕਚਰ ਬਣਾਉਣਾ ਹੈ,
ਇਹ ਖਾਲੀ ਥਾਵਾਂ ਦੇ ਵਿੱਚ ਪਹਿਲਾਂ ਦ ਦਾ ਯੂਜ਼ ਕਰਨਾ ਹੈ, ਫਿਰ ਆਪਾਂ ਨੇ ਕੰਪੈਰੇਟਿਵ ਫਾਰਮ ਦਾ ਯੂਜ਼ ਕਰਨਾ ਹੈ, ਜਿਸ ਤਰ੍ਹਾਂ ਕਿ ਗੁੱਡ ਦਾ ਬੈਟਰ ਹੋ ਗਿਆ, ਓਲਡ ਦਾ ਓਲਡਰ ਹੋ ਗਿਆ, ਬਿਊਟੀਫੁਲ ਦਾ ਮੋਰ ਬਿਊਟੀਫੁਲ ਹੋ ਗਿਆ। ਇਸ ਤਰ੍ਹਾਂ ਕੰਪੈਰੇਟਿਵ ਫਾਰਮ ਦਾ ਯੂਜ਼ ਕਰਨਾ ਹੈ। ਔਰ ਉਹ ਕੰਪੈਰੇਟਿਵ ਫਾਰਮ ਜਿਹੜੀ ਆਪਾਂ ਨੇ ਲਾਉਣੀ ਹੈ, ਕੰਪੈਰੇਟਿਵ ਡਿਗਰੀ, ਜੇਕਰ ਆਪਾਂ ਨੂੰ ਸੈਂਟੈਂਸ ਦੇ ਐਂਡ ਤੇ ਜੋ ਸ਼ਬਦ ਦਿੱਤੇ ਗਏ ਨੇ ਆਪਾਂ ਨੂੰ ਲੱਗਦਾ ਕਿ ਉਹ ਸ਼ਬਦ ਐਡਜੈਕਟਿਵ ਹੈ, ਫਿਰ ਤਾਂ ਉਸੇ ਦੀ ਆਪਾਂ ਕੰਪੈਰੇਟਿਵ ਫਾਰਮ ਬਣਾ ਦਾਂਗੇ। ਜੇਕਰ ਆਪਾਂ ਨੂੰ ਲੱਗਦਾ ਕਿ ਉਹ ਸ਼ਬਦ ਐਡਜੈਕਟਿਵ ਨਹੀਂ ਹੈਗਾ, ਉਹ ਤਾਂ ਵਰਬ ਹੈ, ਮੇਨ ਵਰਬ, ਉਸ ਦੀ ਕੰਪੈਰੇਟਿਵ ਤਾਂ ਹੁੰਦੀ ਨਹੀਂ ਹੈ ਨਾ, ਵਰਬ ਹੈ ਉਹ ਤਾਂ ਮੇਨ, ਫਿਰ ਆਪਾਂ ਜਿਹੜੀ ਕੰਪੈਰੇਟਿਵ ਫਾਰਮ ਹੈ ਉਹ ਆਪਾਂ ਨੇ ਆਪਣੇ ਕੋਲੋਂ ਲਗਾਉਣੀ ਹੈ। ਓਕੇ, ਉਸ ਤੋਂ ਬਾਅਦ ਪਲੱਸ ਆਪਾਂ ਨੇ ਸਬਜੈਕਟ ਯੂਜ਼ ਕਰਨਾ ਹੈ। ਸਬਜੈਕਟ ਜਿਹੜੇ ਆਪਾਂ ਸੈਂਟੈਂਸ ਇਹ ਦਿੱਤੇ ਗਏ ਨੇ ਉੱਪਰ, ਇਹਦੇ ਵਿੱਚ ਜਿਹੜਾ ਮੇਨ ਸਬਜੈਕਟ ਯੂਜ਼ ਹੋਇਆ ਆਪਾਂ ਨੂੰ ਪੜ੍ਹ ਕੇ ਪਤਾ ਚੱਲੂਗਾ, ਆਪਾਂ ਨੇ ਉਹ ਸਬਜੈਕਟ ਲਗਾਉਣਾ ਹੈ, ਪਲੱਸ ਉਸ ਤੋਂ ਬਾਅਦ ਵਰਬ। ਹੁਣ ਇੱਥੇ ਇਹ ਵਰਬ ਦਾ ਮਸਲਾ ਦੁਬਾਰੇ ਫੇਰ ਉਹੀ ਆ ਗਿਆ, ਜੇਕਰ ਇਹਨਾਂ ਨੇ ਆਪਾਂ ਨੂੰ ਬ੍ਰੈਕਟ ਦੇ ਵਿੱਚ ਪਿੱਛੇ ਵਰਬ ਦਿੱਤੀ ਹੋਈ ਹੈ ਫਿਰ ਤਾਂ ਆਪਾਂ ਉਹੀ ਵਰਬ ਲਗਾਵਾਂਗੇ। ਜੇਕਰ ਪਿੱਛੇ ਬ੍ਰੈਕਟ ਦੇ ਵਿੱਚ ਐਡਜੈਕਟਿਵ ਦਿੱਤਾ ਹੋਇਆ ਹੈ, ਕਿਉਂਕਿ ਉਸ ਨੂੰ ਤਾਂ ਆਪਾਂ ਇੱਥੇ ਕੰਪੈਰੇਟਿਵ ਦੇ ਤੌਰ ਤੇ ਯੂਜ਼ ਕਰ ਲਾਂਗੇ, ਫਿਰ ਜਿਹੜੀ ਇਹ ਵਰਬ ਆਪਾਂ ਲਗਾਵਾਂਗੇ, ਇਹ ਵਰਬ ਆਪਾਂ ਇਹ ਜਿਹੜਾ ਸੈਂਟੈਂਸ ਪੜਾਂਗੇ ਇਸ ਦੇ ਵਿੱਚ ਜੋ ਮੇਨ ਵਰਬ ਯੂਜ਼ ਹੋਈ ਹੈ, ਮਤਲਬ ਜਿਸ ਕੰਮ ਜੋ ਕੰਮ ਕਰਨ ਬਾਰੇ ਕਿਹਾ ਗਿਆ ਆਪਾਂ ਉਹ ਵਰਬ ਹੈ ਜਿਹੜੀ ਉਹ ਯੂਜ਼ ਕਰਾਂਗੇ। ਠੀਕ ਹੈ, ਦੇਖੋ ਪਹਿਲਾਂ ਦੇਖੋ ਇਹ ਪਹਿਲੇ 'ਚ ਕੀ ਕਹਿ ਰਿਹਾ, ਆਈ ਲਾਈਕ ਵਾਰਮ ਵੈਦਰ, ਕਹਿੰਦਾ ਮੈਂ ਜਿਹੜਾ ਵਾਰਮ ਵੈਦਰ ਹੈ ਉਹ ਮੈਨੂੰ ਪਸੰਦ ਹੈ। ਠੀਕ ਹੈ, ਉਹ ਮੈਨੂੰ ਵਧੀਆ ਲੱਗਦਾ, ਗਰਮ ਜਿਹੜਾ ਵੈਦਰ ਹੈ ਮੈਨੂੰ ਵਧੀਆ ਲੱਗਦਾ। ਦੇਖੋ ਅੱਗੇ ਫਿਰ ਦ ਵਾਰਮਰ ਦ ਵੈਦਰ, ਦ ਵਾਰਮਰ ਦ ਵੈਦਰ, ਉਦੋਂ ਬਾਅਦ 'ਚ ਡੈਸ਼ ਹੈ, ਇੱਥੇ ਹੈਗਾ ਫੀਲ। ਹੁਣ ਫੀਲ ਤਾਂ ਦੇਖੋ ਇੱਕ ਵਰਬ ਹੈ, ਆਪਾਂ ਫੀਲਰ ਜਾਂ ਮੋਰ ਫੀਲ ਤਾਂ ਕਰ ਨਹੀਂ ਸਕਦੇ, ਇਹ ਤਾਂ ਵਰਬ ਹੈ, ਇਹ ਤਾਂ ਇੱਥੇ ਹੀ ਆਏਗੀ, ਮੇਨ ਵਰਬ ਦੇ ਤੌਰ ਤੇ ਆਏਗੀ, ਸਬਜੈਕਟ ਤੋਂ ਬਾਅਦ ਆਪਾਂ ਜਿਹੜੀ ਲਗਾਵਾਂਗੇ। ਠੀਕ ਹੈ, ਬਿਲਕੁਲ ਸਿੰਪਲ ਹੈ। ਹੁਣ ਸਭ ਤੋਂ ਪਹਿਲਾਂ ਦ ਤਾਂ ਆਪਾਂ ਲਗਾ ਹੀ ਦਿੱਤਾ, ਦ ਤਾਂ ਲਗਾਉਣਾ ਹੀ ਹੈ, ਮੈਂ ਕਿਹਾ ਸੀ ਦ ਲਾਤਾ। ਹੁਣ ਇੱਥੇ ਜਿਹੜੀ ਕੰਪੈਰੇਟਿਵ ਡਿਗਰੀ ਹੈ ਉਹ ਆਪਾਂ ਨੇ ਆਪਣੇ ਕੋਲੋਂ ਬੈਟਰ ਲਗਾਈ। ਬੈਟਰ ਕਿਉਂ? ਕਿਉਂਕਿ ਆਪਾਂ ਕਹਿਣਾ ਚਾਹ ਰਹੇ ਹਾਂ, ਇਹ ਕਹਿਣਾ ਚਾਹੁੰਦਾ ਆਈ ਲਾਈਕ ਦ ਵਾਰਮ ਵੈਦਰ, ਮੈਨੂੰ ਵਾਰਮ ਵੈਦਰ ਪਸੰਦ ਹੈ, ਤਾਂ ਇੱਥੇ ਕਹਿ ਰਿਹਾ ਦ ਵਾਰਮਰ ਦ ਵੈਦਰ ਦ ਬੈਟਰ ਆਈ ਫੀਲ, ਵੀ ਮੇਰੇ ਲਈ ਜਿਹੜਾ ਵਾਰਮ ਵੈਦਰ ਹੈ ਉਹ ਕੀ ਹੈ, ਵਧੀਆ ਹੈ, ਬੈਟਰ ਹੈ, ਤਾਂ ਕਰਕੇ ਕੰਪੈਰੇਟਿਵ ਡਿਗਰੀ ਆਪਾਂ ਨੇ ਬੈਟਰ ਲਗਾਤੀ। ਉਸ ਤੋਂ ਬਾਅਦ ਸਬਜੈਕਟ ਹੈ ਜਿਹੜਾ ਇਹ ਸਬਜੈਕਟ ਉਹ ਆ ਗਿਆ ਆਈ, ਕਿਉਂ? ਕਿਉਂਕਿ ਗੱਲ ਕੌਣ ਕਰ ਰਿਹਾ, ਆਈ ਲਾਈਕ ਵਾਰਮ ਵੈਦਰ, ਆਈ ਜਿਹੜਾ ਮੇਨ ਸਬਜੈਕਟ ਹੈ ਆਈ ਹੈ, ਤਾਂ ਇੱਥੇ ਆਪਾਂ ਆਈ ਲਗਾਤਾ। ਫੀਲ ਇਹ ਵਰਬ ਆਪਾਂ ਨੂੰ ਦਿੱਤੀ ਹੋਈ ਹੈ, ਇੱਥੇ ਆਪਾਂ ਨੇ ਵਰਬ ਲਗਾਤੀ। ਇਸ ਤਰ੍ਹਾਂ ਆਇਆ ਇਹ। ਅਗਲਾ ਹੁਣ ਦੇਖੋ, ਅਗਲਾ ਪੜੋ, ਅਗਲਾ ਵੀ ਇਸ ਤਰ੍ਹਾਂ ਧਿਆਨ ਰੱਖਿਓ ਕੀ ਕਹਿ ਰਿਹਾ। ਦੇਖੋ ਆਈ ਡਿਡਨਟ ਰੀਅਲੀ ਲਾਈਕ ਹਿਮ, ਮੈਂ ਉਸ ਨੂੰ ਜ਼ਿਆਦਾ ਪਸੰਦ ਨਹੀਂ ਕਰਦਾ ਸੀ, ਵੈਨ ਵੀ ਫਸਟ ਮੀਟ, ਜਦੋਂ ਅਸੀਂ ਪਹਿਲੀ ਵਾਰ ਮਿਲੇ। ਹੁਣ ਇੱਥੇ ਮੇਨ ਜਿਹੜਾ ਫਾਰਮ ਹੈ ਇਹ ਸਬਜੈਕਟ ਹੋ ਗਿਆ, ਗੱਲ ਕਰ ਰਿਹਾ ਆਈ ਦੀ, ਆਈ ਡਿਡਨਟ ਰੀਅਲੀ ਲਾਈਕ ਹਿਮ, ਰੀਅਲੀ ਲਾਈਕ ਹਿਮ ਮਤਲਬ ਕਿ ਇਹ ਮੇਨ ਇੱਥੇ ਵਰਬ ਹੋ ਗਈ, ਆਈ ਰੀਅਲੀ ਲਾਈਕ, ਮੈਂ ਮਤਲਬ ਉਸ ਨੂੰ ਜ਼ਿਆਦਾ ਪਸੰਦ ਨਹੀਂ ਕਰਦਾ ਸੀ ਜਦੋਂ ਅਸੀਂ ਪਹਿਲੀ ਵਾਰ ਮਿਲੇ। ਬਟ ਉਸ ਤੋਂ ਅੱਗੇ ਕੀ ਕਹਿ ਰਿਹਾ ਹੈ, ਬਟ ਦ ਮੋਰ ਆਈ ਗॉट ਟੂ ਨੋ ਹਿਮ, ਪਰ ਉਸ ਨੂੰ ਮੈਂ ਹੋਰ ਜ਼ਿਆਦਾ ਜਦੋਂ ਪਹਿਚਾਣਿਆ, ਜਦੋਂ ਉਸ ਨੂੰ ਹੋਰ ਜ਼ਿਆਦਾ ਮੈਂ ਜਾਣਿਆ, ਮਤਲਬ ਕਿ ਮਿਲਦੇ ਰਹੇ, ਉਸ ਨੂੰ ਹੋਰ ਜ਼ਿਆਦਾ ਜਾਣ ਪਹਿਚਾਣ ਉਸ ਦੇ ਨਾਲ ਹੋ ਗਈ। ਬਟ ਦਾ ਮੋਰ ਆਈ ਗॉट ਟੂ ਨੋ ਹਿਮ, ਉਸ ਦੇ ਨਾਲ ਜਦੋਂ ਮੇਰੀ ਹੋਰ ਜ਼ਿਆਦਾ ਜਾਣ ਪਹਿਚਾਣ ਹੋ ਗਈ, ਉਹਦੇ ਵਿੱਚ ਡੈਸ਼ ਅੱਗੇ ਆ ਗਿਆ ਲਾਈਕ। ਹੁਣ ਲਾਈਕ ਕੀ ਹੈ, ਲਾਈਕ ਤਾਂ ਦੇਖੋ ਵਰਬ ਹੈ, ਇਹਦਾ ਮਤਲਬ ਦ ਤਾਂ ਦੇਖੋ ਆਪਾਂ ਲਗਾਵਾਂਗੇ ਹੀ ਲਗਾਵਾਂਗੇ, ਦ ਤਾਂ ਆਪਾਂ ਲਾਤਾ। ਹੁਣ ਆਪਾਂ ਕੰਪੈਰੇਟਿਵ ਡਿਗਰੀ ਲਾਉਣੀ ਹੈ, ਇੱਥੇ ਕੰਪੈਰੇਟਿਵ ਡਿਗਰੀ ਲਗਾਈ ਆਪਾਂ ਨੇ ਮੋਰ। ਹੁਣ ਮੋਰ ਆਪਾਂ ਨੇ ਕੰਪੈਰੇਟਿਵ ਡਿਗਰੀ ਕਿਉਂ ਲਗਾਈ, ਕਿਉਂਕਿ ਸੈਂਸ ਦੇਖੋ, ਇਹ ਕਹਿੰਦਾ ਪਹਿਲਾਂ ਮੈਂ ਉਸ ਨੂੰ ਪਸੰਦ ਨਹੀਂ ਕਰਦਾ ਸੀ ਜਦੋਂ ਮੈਂ ਉਸ ਨੂੰ ਪਹਿਲੀ ਵਾਰ ਮਿਲਿਆ, ਪਰ ਜਦੋਂ ਉਸ ਨਾਲ ਮੇਰੀ ਜਾਣ ਪਹਿਚਾਣ ਥੋੜੀ ਵੱਧ ਗਈ, ਫਿਰ ਮੈਂ ਉਸ ਨੂੰ ਹੋਰ ਮਤਲਬ ਕਿ ਪਸੰਦ ਲਾਈਕ ਕਰਨ ਲੱਗ ਗਿਆ, ਮੈਂ ਉਸ ਨੂੰ ਜ਼ਿਆਦਾ ਲਾਈਕ ਕਰਨ ਲੱਗ ਗਿਆ, ਮੋਰ ਹੋਰ ਲਾਈਕ ਕਰਨ ਲੱਗ ਗਿਆ, ਤਾਂ ਕਰਕੇ ਇੱਥੇ ਮੋਰ ਆ ਗਿਆ, ਦ ਮੋਰ। ਫਿਰ ਸਬਜੈਕਟ ਹੈ ਜਿਹੜਾ, ਸਬਜੈਕਟ ਗੱਲ ਕਿਹਦੀ ਹੋ ਰਹੀ ਹੈ, ਦੇਖੋ ਸਬਜੈਕਟ ਦੀ ਆਈ ਆ ਗਿਆ, ਫਿਰ ਉਸ ਤੋਂ ਬਾਅਦ ਲਾਈਕ ਇਹ ਵਰਬ ਆ ਗਈ ਲਾਈਕ। ਅੱਗੇ ਆਪਾਂ ਨੇ ਇਹ ਦੱਸਤਾ ਹਿਮ, ਕਿਉਂਕਿ ਉਸ ਦੀ ਗੱਲ ਹੋ ਰਹੀ ਹੈ ਕਿ ਉਸ ਨੂੰ, ਹਿਮ ਆ ਗਿਆ ਨਾ, ਉਸ ਨੂੰ ਮੈਂ ਜ਼ਿਆਦਾ ਮਤਲਬ ਕਿ ਹੋਰ ਲਾਈਕ ਕਰਨ ਲੱਗ ਗਿਆ, ਤਾਂ ਕਰਕੇ ਦ ਮੋਰ ਆਈ ਲਾਈਕ ਹਿਮ। ਕੰਪਲੀਕੇਟਡ ਬਹੁਤ ਹੈ, ਦੇਖੋ ਆਰਾਮ ਨਾਲ ਸਮਝਣ ਵਾਲੀ ਗੱਲ ਹੈ। ਠੀਕ ਹੈ, ਕਿਉਂਕਿ ਜੇਕਰ ਤੁਸੀਂ ਆਪਣੇ ਆਪ ਇਸ ਨੂੰ ਉਹਦੇ ਵਿੱਚੋਂ ਦੇਖੋਗੇ ਆਪਣੀ ਗ੍ਰਾਮਰ ਦੇ ਵਿੱਚੋਂ, ਫਿਰ ਤਾਂ ਤੁਹਾਨੂੰ ਬਿਲਕੁਲ ਕੱਖ ਹੀ ਨਹੀਂ ਸਮਝ ਆਉਣਾ। ਇਸ ਤਰ੍ਹਾਂ ਪਹਿਲੀ ਵਾਰ ਤਾਂ ਸਮਝ ਨਹੀਂ ਆਊਗਾ, ਥੋੜਾ ਜਿਹਾ ਦੁਬਾਰਾ ਬੈਕ ਕਰਕੇ ਵੀਡੀਓ ਨੂੰ ਇੱਕ ਦੋ ਵਾਰ ਦੇਖੋ, ਸਮਝ ਆਉਣਾ ਸ਼ੁਰੂ ਹੋ ਜਾਊਗਾ। ਵੈਸਾ ਸਟਰਕਚਰ ਯਾਦ ਰੱਖੋ ਤੁਸੀਂ। ਇਹ ਜਿਹੜੀ ਕੰਪੈਰੇਟਿਵ ਡਿਗਰੀ ਲਗਾਉਣੀ ਹੈ, ਜਿਵੇਂ ਇੱਥੇ ਮੋਰ ਲਾਈ ਇੱਥੇ ਬੈਟਰ, ਇਹ ਥੋੜਾ ਤੁਸੀਂ ਆਪਣੇ ਦਿਮਾਗ ਦੇ ਨਾਲ ਸੋਚ ਕੇ ਲਾਉਣਾ ਹੈ ਵੀ ਸੈਂਸ ਕੀ ਨਿਕਲ ਰਹੀ ਹੈ। ਠੀਕ ਹੈ ਨਾ। ਅਗਲਾ ਦੇਖੋ ਥਰਡ, ਇਫ ਯੂ ਆਰ ਇਨ ਬਿਜ਼ਨਸ, ਜੇਕਰ ਤੁਸੀਂ ਬਿਜ਼ਨਸ ਦੇ ਵਿੱਚੋਂ ਯੂ ਵਾਂਟ ਟੂ ਮੇਕ ਅ ਪ੍ਰੋਫਿਟ,
ਤਾਂ ਤੁਹਾਨੂੰ ਪ੍ਰੋਫਿਟ ਹੋਣਾ ਚਾਹੀਦਾ ਹੈ। ਮੇਨ ਜਿਹੜਾ ਸਬਜੈਕਟ ਹੈ ਯਾਦ ਰੱਖੋ, ਦੇਖੋ ਯੂ ਤੁਹਾਡੀ ਗੱਲ ਹੋ ਰਹੀ ਹੈ, ਸਬਜੈਕਟ ਹੈ ਜਿਹੜਾ ਉਹ ਯੂ ਹੈ। ਕੀ ਕਹਿ ਰਿਹਾ, ਜੇਕਰ ਤੁਸੀਂ ਕਹਿੰਦੇ ਕਿਸੇ ਬਿਜ਼ਨਸ ਦੇ ਵਿੱਚੋਂ ਯੂ ਵਾਂਟ ਟੂ ਮੇਕ ਅ ਪ੍ਰੋਫਿਟ, ਤੁਹਾਨੂੰ ਪ੍ਰੋਫਿਟ ਜ਼ਰੂਰ ਮਤਲਬ ਕਿ ਕਮਾਉਣਾ ਚਾਹੀਦਾ, ਪ੍ਰੋਫਿਟ ਜ਼ਰੂਰ ਤੁਹਾਨੂੰ ਬਣਾਉਣਾ ਚਾਹੀਦਾ। ਅਗਲੀ ਗੱਲ ਦੇਖੋ, ਇਹਨਾਂ ਨੇ ਬ੍ਰੈਕਟ ਦੇ ਵਿੱਚ ਦਿੱਤਾ ਪ੍ਰੋਫਿਟ। ਹੁਣ ਜਿਹੜਾ ਪ੍ਰੋਫਿਟ ਹੈ, ਪ੍ਰੋਫਿਟ ਹੈਗਾ ਐਡਜੈਕਟਿਵ, ਠੀਕ ਹੈ, ਪ੍ਰੋਫਿਟ ਹੈਗਾ ਐਡਜੈਕਟਿਵ, ਜਿਹੜਾ ਮਤਲਬ ਕਿ ਇੱਥੇ ਕੰਪੈरेटिव ਡਿਗਰੀ ਉਹੀ ਯੂਜ਼ ਹੋ ਜਾਏਗੀ। ਸਬਜੈਕਟ ਯੂਜ਼ ਹੋਏਗਾ, ਫਿਰ ਜਿਹੜੀ ਮੇਨ ਵਰਬ ਯੂਜ਼ ਹੋਊ ਉਹ ਆਪਾਂ ਇਹ ਚੋਂ ਲਵਾਂਗੇ। ਮੇਨ ਵਰਬ ਕੀ ਹੈ, ਮੇਨ ਕੰਮ ਆਪਾਂ ਨੂੰ ਕਿਹੜਾ ਕਿਹਾ ਜਾ ਰਿਹਾ ਕਰਨ ਦੇ ਲਈ, ਯੂ ਵਾਂਟ ਟੂ ਮੇਕ ਇਹ ਹੈ ਮੇਨ, ਮੇਕ ਅ ਪ੍ਰੋਫਿਟ, ਤੁਹਾਨੂੰ ਪ੍ਰੋਫਿਟ ਜ਼ਰੂਰ ਕਮਾਉਣਾ ਚਾਹੀਦਾ। ਹੁਣ ਅੱਗੇ ਦੇਖੋ, ਦੁਬਾਰਾ ਪੜ੍ਹੋ, ਜੇਕਰ ਤੁਸੀਂ ਬਿਜ਼ਨਸ ਦੇ ਵਿੱਚੋਂ ਤੁਹਾਨੂੰ ਪ੍ਰੋਫਿਟ ਜ਼ਰੂਰ ਕਮਾਉਣਾ ਚਾਹੀਦਾ ਹੈ। ਅੱਗੇ ਦ ਮੋਰ ਗੁੱਡਸ ਯੂ ਸੈਲ, ਜਿੰਨੀਆਂ ਜ਼ਿਆਦਾ ਚੀਜ਼ਾਂ ਤੁਸੀਂ ਵੇਚੋਗੇ, ਦ ਮੋਰ ਗੁੱਡਸ ਯੂ ਸੈਲ, ਜਿੰਨੀਆਂ ਜ਼ਿਆਦਾ ਚੀਜ਼ਾਂ ਤੁਸੀਂ ਖਰੀਦੋਗੇ, ਦ ਤਾਂ ਆ ਗਿਆ, ਦ ਫਿਰ ਪ੍ਰੋਫਿਟ ਹੈ, ਕੰਪੈरेटिव ਡਿਗਰੀ ਉਸ ਦੀ ਹੋ ਗਈ ਮੋਰ, ਕਿਉਂਕਿ ਪ੍ਰੋਫਿਟ ਤੋਂ ਪਹਿਲਾਂ ਮੋਰ ਲੱਗਦਾ, ਕਿਉਂਕਿ ਪ੍ਰੋਫਿਟਰ ER ਨਹੀਂ ਲੱਗਦਾ। ਦ ਮੋਰ ਪ੍ਰੋਫਿਟ ਰਹਿ ਗਿਆ ਸਬਜੈਕਟ, ਸਬਜੈਕਟ ਕੀ ਹੈ ਯੂ, ਤਾਂ ਯੂ ਆ ਗਿਆ ਯੂ, ਉਸ ਤੋਂ ਬਾਅਦ ਵਿਲ, ਕਿਉਂਕਿ ਫਿਊਚਰ ਦੀ ਹੀ ਗੱਲ ਹੋ ਰਹੀ ਹੈ ਕਿ ਜਿੰਨੀਆਂ ਜ਼ਿਆਦਾ ਚੀਜ਼ਾਂ ਤੁਸੀਂ ਸੇਲ ਕਰੋਗੇ ਉਨਾ ਜ਼ਿਆਦਾ ਤੁਹਾਨੂੰ ਫਿਊਚਰ ਦੇ ਵਿੱਚ ਮਿਲੂਗਾ। ਜੇਕਰ ਚਾਹੋ ਤਾਂ ਵਿਲ ਨਹੀਂ ਵੀ ਲਗਾ ਸਕਦੇ। ਜਿਹੜੀ ਮੇਨ ਫਾਰਮ ਹੁਣ ਇੱਥੇ ਲਾਉਣੀ ਹੈ, ਸਬਜੈਕਟ ਲਾਤਾ, ਵਰਬ ਮੇਨ ਉਹ ਕੀ ਹੈ, ਪੈਸਾ ਕਮਾਉਣ ਦੀ, ਮੇਕ ਮਨੀ, ਪੈਸਾ ਬਣਾਉਣ ਦੀ ਗੱਲ ਹੋ ਰਹੀ ਹੈ, ਤਾਂ ਕਰਕੇ ਇੱਥੇ ਮੇਕ ਆ ਗਿਆ। ਦ ਮੋਰ ਪ੍ਰੋਫਿਟ ਯੂ ਮੇਕ, ਜਾਂ ਫਿਰ ਦ ਮੋਰ ਪ੍ਰੋਫਿਟ ਯੂ ਵਿਲ ਮੇਕ। ਅਗਲਾ ਦੇਖੋ ਚੌਥਾ, ਇਟ ਇਜ਼ ਹਾਰਡ ਟੂ ਕੰਸਨਟਰੇਟ ਵੈਨ ਯੂ ਆਰ ਟਾਇਰਡ, ਜਦੋਂ ਤੁਸੀਂ ਥੱਕੇ ਹੁੰਦੇ ਹੋ ਤਾਂ ਇਹ ਬਹੁਤ ਔਖਾ ਹੁੰਦਾ ਹੈ। ਇੱਥੇ ਸਬਜੈਕਟ ਇਟ ਹੈ, ਯਾਦ ਰੱਖਿਓ, ਕਿਉਂਕਿ ਗੱਲ ਕੀ ਹੋ ਰਹੀ ਹੈ, ਕੰਸਨਟਰੇਟ ਦੀ ਗੱਲ ਹੋ ਰਹੀ ਹੈ। ਕੰਸਨਟਰੇਟ ਕਿਉਂਕਿ ਕੰਸਨਟਰੇਟ ਇੱਕ ਹੈ ਨਾ, ਇਹ ਕੋਈ ਇਨਸਾਨ ਤਾਂ ਹੈ ਨਹੀਂ, ਤਾਂ ਕਰਕੇ ਇਸ ਦੇ ਲਈ ਆਪਾਂ ਇਟ ਯੂਜ਼ ਕਰਦੇ ਹਾਂ। ਮੇਨ ਗੱਲ ਕੰਸਨਟਰੇਟ ਦੀ ਹੋ ਰਹੀ ਹੈ, ਤਾਂ ਇਟ ਇਜ਼ ਹਾਰਡ ਟੂ ਕੰਸਨਟਰੇਟ, ਕੰਸਨਟਰੇਟ ਧਿਆਨ ਇਕਾਗਰਿਤ ਕਰਨਾ ਬਹੁਤ ਮੁਸ਼ਕਿਲ ਹੁੰਦਾ ਵੈਨ ਯੂ ਆਰ ਟਾਇਰਡ, ਜਦੋਂ ਤੁਸੀਂ ਥੱਕੇ ਹੁੰਦੇ ਹੋ, ਠੀਕ ਹੈ। ਬ੍ਰੈਕਟ ਦੇ ਵਿੱਚ ਦੇਖੋ ਹਾਰਡ ਹੈ, ਇਹ ਕੰਪੈरेटिव ਡਿਗਰੀ ਮਤਲਬ ਕਿ ਇਹ ਐਡਜੈਕਟਿਵ ਹੈ, ਇਸ ਨੂੰ ਆਪਾਂ ਕੰਪੈरेटिव ਦੇ ਤੌਰ ਤੇ ਵਰਤਾਂਗੇ। ਸਬਜੈਕਟ ਤੇ ਵਰਬ ਆਪਾਂ ਉੱਪਰੋਂ ਲਵਾਂਗੇ, ਵਰਬ ਹੈਗੀ ਹੈ ਕੰਸਨਟਰੇਟ, ਸਬਜੈਕਟ ਹੈਗਾ ਇਟ। ਦੁਬਾਰਾ ਦੇਖੋ, ਬਹੁਤ ਔਖਾ ਹੈ ਕੰਸਨਟਰੇਟ ਕਰਨਾ ਜਦੋਂ ਤੁਸੀਂ ਥੱਕੇ ਹੁੰਦੇ ਹੋ। ਅੱਗੇ ਦ ਮੋਰ ਟਾਇਰਡ ਯੂ ਆਰ, ਜਦੋਂ ਤੁਸੀਂ ਜ਼ਿਆਦਾ ਥੱਕੇ ਹੁੰਦੇ ਹੋ, ਠੀਕ ਹੈ, ਜਦੋਂ ਤੁਸੀਂ ਜ਼ਿਆਦਾ ਥੱਕੇ ਹੁੰਦੇ ਹੋ, ਉਸ ਤੋਂ ਬਾਅਦ ਸਬਜੈਕਟ ਆਪਣਾ ਦ ਤਾਂ ਮੂਹਰੇ ਲਗਾਵਾਂਗੇ, ਦ ਲਗਾ ਗਿਆ, ਉਸ ਤੋਂ ਬਾਅਦ ਹਾਰਡ ਦਾ ਇੱਥੇ ਹਾਰਡਰ ਆ ਗਿਆ, ਦ ਹਾਰਡਰ ਸਬਜੈਕਟ ਕੀ ਆ ਗਿਆ, ਸਬਜੈਕਟ ਇਟ ਆ ਗਿਆ, ਠੀਕ ਹੈ। ਉਸ ਤੋਂ ਬਾਅਦ ਇਟ ਇਜ਼ ਟੂ ਤਾਂ ਲਗਾਵਾਂਗੇ ਹੀ, ਇਜ਼ ਟੂ, ਕਿਉਂਕਿ ਇਟ ਇਜ਼ ਟੂ, ਕਿਉਂਕਿ ਆਪਾਂ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ, ਦ ਹਾਰਡਰ ਇਟ ਇਜ਼ ਟੂ ਕੰਸਨਟਰੇਟ, ਦ ਮੋਰ ਟਾਇਰਡ ਯੂ ਆਰ, ਜਿੰਨਾ ਤੁਸੀਂ ਜ਼ਿਆਦਾ ਥੱਕੇ ਹੋਵੋਗੇ, ਦ ਹਾਰਡਰ ਇਟ ਇਜ਼ ਟੂ ਕੰਸਨਟਰੇਟ, ਓਨਾ ਹੀ ਜ਼ਿਆਦਾ ਕੰਸਨਟਰੇਟ ਕਰਨ ਦੇ ਵਿੱਚ ਤੁਹਾਨੂੰ ਤੁਹਾਨੂੰ ਜ਼ਿਆਦਾ ਤਕਲੀਫ ਹੋਏਗੀ, ਮਤਲਬ ਕਿ ਜ਼ਿਆਦਾ ਤੁਹਾਨੂੰ ਸਖਤੀ ਹੋਏਗੀ, ਜਾਂ ਫਿਰ ਕਹਿ ਲਓ ਜ਼ਿਆਦਾ ਔਖਾ ਹੋਏਗਾ, ਤੁਹਾਨੂੰ ਹਾਰਡ ਹੋਏਗਾ ਉਨਾ ਹੀ ਜ਼ਿਆਦਾ, ਠੀਕ ਹੈ। ਪੰਜਵਾਂ, ਕੇਟ ਹੈਡ ਟੂ ਵੇਟ ਅ ਵੈਰੀ ਲੌਂਗ ਟਾਈਮ, ਕੇਟ ਨੂੰ ਬਹੁਤ ਲੰਬਾ ਸਮਾਂ ਇੰਤਜ਼ਾਰ ਕਰਨਾ ਪੈ ਗਿਆ ਸੀਗਾ, ਠੀਕ ਹੈ। ਬ੍ਰੈਕਟ ਦੇ ਵਿੱਚ ਹੁਣ ਆਪਾਂ ਨੂੰ ਦੋ ਨੇ, ਇੰਪੇਸ਼ੈਂਟ ਵੀ ਹੈ, ਬਿਕਮ ਵੀ ਹੈ, ਮਤਲਬ ਕਿ ਵਰਬ ਵੀ ਦੇਤੀ, ਐਡਜੈਕਟਿਵ ਵੀ ਦੇਤਾ, ਐਡਜੈਕਟਿਵ, ਇੰਪੇਸ਼ੈਂਟ, ਵਰਬ, ਬਿਕਮ, ਤਾਂ ਇੱਥੇ ਆਪਾਂ ਵਰਬ ਹੈ ਜਿਹੜੀ ਬਿਕਮ ਯੂਜ਼ ਕਰਾਂਗੇ, ਜਿਹੜਾ ਐਡਜੈਕਟਿਵ ਹੈ ਕੰਪੈरेटिव ਇੰਪੇਸ਼ੈਂਟ ਦਾ ਯੂਜ਼ ਕਰਾਂਗੇ, ਠੀਕ ਹੈ। ਹੁਣ ਅੱਗੇ ਆਪਾਂ ਕਰਨਾ ਹੈ, ਗੱਲ ਕੀ ਦੇਖਣੀ ਆਪਾਂ ਨੇ, ਸਬਜੈਕਟ ਕੀ ਹੈ, ਕੇਟ ਹੈ, ਕੇਟ ਮਤਲਬ ਕਿ ਕੇਟ ਦਾ ਜਦੋਂ ਆਪਾਂ ਪ੍ਰੋਨਾਉਨ ਯੂਜ਼ ਕਰਦੇ ਹਾਂ ਤਾਂ ਸ਼ੀ ਆਏਗਾ, ਯਾਦ ਰੱਖਿਓ, ਠੀਕ ਹੈ, ਸ਼ੀ। ਕੇਟ ਹੈਡ ਟੂ ਵੇਟ ਅ ਵੈਰੀ ਲੌਂਗ ਟਾਈਮ, ਕੇਟ ਨੂੰ ਬਹੁਤ ਲੰਬਾ ਸਮਾਂ ਇੰਤਜ਼ਾਰ ਕਰਨਾ ਪਿਆ। ਅੱਗੇ ਦ ਲੌਂਗਰ ਸ਼ੀ ਹੈਡ ਟੂ ਵੇਟ, ਠੀਕ ਹੈ, ਵੀ ਜਦੋਂ ਲੰਬਾ ਸਮਾਂ ਉਸ ਨੂੰ ਇੰਤਜ਼ਾਰ ਕਰਨਾ ਪੈਂਦਾ ਹੈ, ਕੇਟ ਨੂੰ ਲੰਬਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ, ਉਹਦੇ ਬਾਅਦ ਦ ਤਾਂ ਲਗਾਵਾਂਗੇ, ਦ। ਫਿਰ ਇੰਪੇਸ਼ੈਂਟ ਹੈ, ਇੰਪੇਸ਼ੈਂਟ ਦੇ ਨਾਲ ਮੋਰ ਲੱਗੇਗਾ, ਅੱਗੇ ER ਨਹੀਂ ਲੱਗਦਾ, ਦ ਮੋਰ ਇੰਪੇਸ਼ੈਂਟ, ਫਿਰ ਸਬਜੈਕਟ ਕੀ ਹੈ, ਕੇਟ ਮਤਲਬ ਕਿ ਸ਼ੀ, ਤਾਂ ਸ਼ੀ ਆ ਗਿਆ, ਸ਼ੀ। ਉਸ ਤੋਂ ਬਾਅਦ ਬਿਕਮ ਦਾ ਇੱਥੇ ਬਿਕੇਮ, ਬਿਕੇਮ ਕਿਉਂ ਬਣਿਆ, ਕਿਉਂਕਿ ਪਾਸਟ ਦੇ ਵਿੱਚ ਇੱਧਰ ਦੇਖੋ ਹੈਡ ਵੇਟ, ਠੀਕ ਹੈ, ਇਹਦੇ ਵਿੱਚ ਹੈਡ ਵੇਟਡ ਹੈ, ਆਈ ਥਿੰਕ, ਮੈਨੂੰ ਪੱਕਾ ਪਤਾ ਨਹੀਂ, ਹੈਡ ਵੇਟਡ। ਇੱਥੇ ਵੀ ਦੇਖੋ ਦ ਲੌਂਗਰ ਸ਼ੀ ਹੈਡ ਆ ਗਿਆ, ਠੀਕ ਹੈ, ਤਾਂ ਕਰਕੇ ਪਾਸਟ ਦੇ ਵਿੱਚ ਹੈ, ਇਸ ਨੂੰ ਬਿਕਮ ਨੂੰ ਆਪਾਂ ਬਿਕੇਮ ਕਰਾਂਗੇ, ਤਾਂ ਇੱਥੇ ਆ ਜਾਏਗਾ
ਦ ਲੌਂਗਰ ਸ਼ੀ ਹੈਡ ਟੂ ਵੇਟ, ਜਦੋਂ ਉਸਨੂੰ ਲੰਬਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ, ਦ ਮੋਰ ਇੰਪੇਸ਼ੈਂਟ ਸ਼ੀ ਬਿਕੇਮ, ਤਾਂ ਉਹ ਜ਼ਿਆਦਾ ਇੰਪੇਸ਼ੈਂਟ ਹੋ ਜਾਂਦੀ ਹੈ। ਇੰਪੇਸ਼ੈਂਟ ਹੋਣਾ ਵੀ ਜਿਹੜਾ ਜਿਹਦੇ ਪੱਲੇ ਉਹ ਨਾ ਹੋਵੇ, ਇੱਕ ਤਾਂ ਪੇਸ਼ੈਂਸ ਹੁੰਦੇ ਨੇ, ਇਕਾਗਰਤਾ ਹੈ ਨਾ, ਜਾਂ ਫਿਰ ਧੈर्य ਰੱਖਣਾ ਹਿੰਦੀ ਦੇ ਵਿੱਚ ਬੋਲਦੇ ਨੇ, ਪੰਜਾਬੀ 'ਚ ਹੁਣ ਮੇਰੇ ਯਾਦ ਨਹੀਂ ਆ ਰਿਹਾ ਦਿਮਾਗ ਦੇ ਵਿੱਚ। ਔਰ ਇੰਪੇਸ਼ੈਂਟ ਕਾਲੇ ਜੇ ਪੈ ਜਾਣਾ ਜਦੋਂ ਆਪਾਂ ਕਿਸੇ ਕੰਮ ਨੂੰ ਆਪਾਂ ਪੇਸ਼ੈਂਸ ਨਹੀਂ ਰੱਖਦੇ ਆਪਣੇ ਅੰਦਰ। ਤਾਂ ਕਰਕੇ ਦੇਖੋ ਇਸ ਤਰ੍ਹਾਂ ਇਸ ਦੇ ਆਨਸਰ ਆਉਣਗੇ। ਦੇਖੋ ਆਪਣੇ ਵੱਲੋਂ ਮੈਂ ਪੂਰੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਬਹੁਤ ਜ਼ਿਆਦਾ ਕੰਪਲੀਕੇਟਡ, ਬਹੁਤ ਜ਼ਿਆਦਾ ਪਜ਼ਲਡ ਹੈ ਇਹ ਪਾਰਟ ਹੈ ਜਿਹੜਾ ਚੌਥਾ। ਇਹ ਪੜ੍ਹ ਕੇ ਤਾਂ ਬਿਲਕੁਲ ਸਮਝ ਨਹੀਂ ਆਉਂਦਾ। ਤੁਸੀਂ ਇਹ ਵਾਲਾ ਸਟਰਕਚਰ ਇਸ ਤਰ੍ਹਾਂ ਬਣੇਗਾ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ, ਯਾਦ ਰੱਖਣਾ ਹੈ। ਬ੍ਰੈਕਟ ਦੇ ਵਿੱਚ ਜੇਕਰ ਐਡਜੈਕਟਿਵ ਹੈ ਫਿਰ ਤਾਂ ਇੱਥੇ ਦ ਤੋਂ ਬਾਅਦ ਉਸੇ ਦੀ ਕੰਪੈਰੇਟਿਵ ਡਿਗਰੀ ਆਪਾਂ ਬਣਾ ਦਿੰਦੇ ਹਾਂ। ਫਿਰ ਸਬਜੈਕਟ ਉੱਪਰੋਂ ਜਿਹੜਾ ਆਪਾਂ ਮੇਨ ਪੜ੍ਹਦੇ ਹਾਂ, ਜਿਸ ਸਬਜੈਕਟ ਦੀ ਗੱਲ ਹੋ ਰਹੀ ਉਹ ਸਬਜੈਕਟ ਲਾ ਦਿੰਦੇ ਹਾਂ, ਔਰ ਮੇਨ ਵਰਬ ਹੈ ਜਿਹੜੀ ਉਹ ਵੀ ਆਪਾਂ ਉੱਪਰੋਂ ਲੈ ਲੈਂਦੇ ਹਾਂ। ਜੇਕਰ ਇੱਥੇ ਬ੍ਰੈਕਟ ਦੇ ਵਿੱਚ ਵਰਬ ਹੈ ਤਾਂ ਵਰਬ ਇੱਥੇ ਆ ਜਾਏਗੀ, ਸਬਜੈਕਟ ਉਸੇ ਤਰ੍ਹਾਂ ਉੱਪਰੋਂ ਲਵਾਂਗੇ, ਤਾਂ ਕੰਪੈਰੇਟਿਵ ਡਿਗਰੀ ਆਪਾਂ ਨੂੰ ਆਪਣੇ ਕੋਲੋਂ ਸੋਚ ਕੇ ਲਗਾਉਣੀ ਪੈਂਦੀ ਹੈ ਉੱਥੇ। ਜਿਸ ਤਰ੍ਹਾਂ ਕਿ ਆਪਾਂ ਇਹ ਲਾਇਕ ਸੀ ਇੱਥੇ ਆਪਾਂ ਨੇ ਮੋਰ ਲਗਾਇਆ, ਮਤਲਬ ਕਿ ਕੰਪੈਰੇਟਿਵ ਡਿਗਰੀ। ਕਿਉਂ ਲਗਾਇਆ ਮੋਰ? ਕਿਉਂਕਿ ਇਹ ਕਹਿ ਰਿਹਾ ਸੀ ਕਿ ਮੈਂ ਉਸ ਨੂੰ ਪਹਿਲਾਂ ਪਸੰਦ ਨਹੀਂ ਕਰਦਾ ਸੀ ਜਦੋਂ ਪਹਿਲੀ ਵਾਰ ਮਿਲਿਆ ਸੀ, ਬਟ ਜਦੋਂ ਮੈਂ ਉਸ ਨੂੰ ਹੌਲੀ ਹੌਲੀ ਜਾਣਨ ਲੱਗਿਆ ਤਾਂ ਇਹਦਾ ਮਤਲਬ ਓਬਵੀਅਸ ਆਪਾਂ ਨੂੰ ਪਤਾ ਲੱਗ ਗਿਆ, ਲਾਈਕ ਆਇਆ ਵੀ ਉਸ ਨੂੰ ਮੈਂ ਹੋਰ ਜ਼ਿਆਦਾ ਪਸੰਦ ਕਰਨ ਲੱਗ ਗਿਆ, ਆਪਾਂ ਨੂੰ ਓਬਵੀਅਸ ਹੈ। ਅਤੇ ਹੋਰ ਦਾ ਮਤਲਬ ਕੀ ਹੁੰਦਾ? ਮੋਰ। ਤਾਂ ਕਰਕੇ ਦ ਮੋਰ ਆਈ ਲਾਈਕ ਹਿਮ। ਠੀਕ ਹੈ ਨਾ। ਆਈ ਹੋਪ ਕਿ ਤੁਹਾਨੂੰ ਥੋੜ੍ਹਾ ਬਹੁਤਾ ਪਤਾ ਚੱਲਿਆ ਹੋਊਗਾ। ਇਹ ਐਕਸਰਸਾਈਜ਼ ਤੁਸੀਂ ਕਰ ਸਕੋਗੇ। ਕੋਈ ਗੱਲ ਨਹੀਂ, ਜੇਕਰ ਜ਼ਿਆਦਾ ਟਫ ਲੱਗਦੇ ਤੁਸੀਂ ਛੱਡ ਵੀ ਸਕਦੇ ਹੋ, ਪਹਿਲੀਆਂ 3 ਕਰ ਲਓ ਤਾਂ ਵੀ ਕੋਈ ਗੱਲ ਨਹੀਂ, ਕਿਉਂਕਿ ਆਪਾਂ ਨੂੰ ਆਪਸ਼ਨਸ ਨੇ ਜਿਹੜੀਆਂ ਹੁੰਦੀਆਂ ਨੇ ਉੱਥੇ, ਤੋਂ ਇਹ ਚੀਜ਼ ਦੀ ਕੋਈ ਤੁਸੀਂ ਨੇ ਮਤਲਬ ਕਿ ਟੈਨਸ਼ਨ ਨਹੀਂ ਲੈਣੀ। ਤੇ ਆਪਾਂ ਪਹਿਲੀਆਂ 4 ਹੀ ਕਰਾਂਗੇ ਇਸ ਯੂਨਿਟ ਦੀਆਂ, 5ਵੀਂ ਆਪਾਂ ਨੇ ਨਹੀਂ ਕਰਨੀ। ਸੋ ਇਹ ਸੀ ਆਪਣੀ ਯੂਨਿਟ ਨੰਬਰ 106। ਜੇਕਰ ਤੁਹਾਨੂੰ ਸਮਝ ਆਈ ਹੈ, ਇਹ ਵੀ ਤੁਹਾਨੂੰ ਸਮਝ ਆ ਜਾਏਗੀ, ਥੋੜ੍ਹਾ ਜਿਹਾ ਰਿਪੀਟ ਕਰਕੇ ਸੁਣੋ 1-2 ਵਾਰ, ਆਰਾਮ ਨਾਲ ਤੁਹਾਨੂੰ ਸਮਝ ਆ ਜਾਏਗੀ। ਠੀਕ ਹੈ, ਸਟਰਕਚਰ ਸਮਝ ਆ ਗਿਆ ਤਾਂ ਆਰਾਮ ਨਾਲ ਸਮਝ ਆ ਜਾਏਗੀ। ਸੋ ਜੇਕਰ ਵੀਡੀਓ ਚੰਗੀ ਲੱਗਿਆ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰੋ, ਔਰ ਜੇਕਰ ਤੁਸੀਂ ਚੈਨਲ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ। ਸੋ ਮਿਲਦੇ ਹਾਂ ਅਗਲੀ ਵੀਡੀਓ ਲੈ ਕੇ, ਉਦੋਂ ਤੱਕ ਦਿਓ ਇਜਾਜ਼ਤ। ਥੈਂਕ ਯੂ ਸੋ ਮਚ।